ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 19 ਅਗਸਤ ਹੈ, ਦਿਨ ਵੀਰਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਕੁਝ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਸਭ ਤੋਂ ਵੱਡੀ ਖਬਰ ਲੰਘੀ ਰਾਤ ਆਈ ਕਿ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫਤਾਰ ਹੋ ਗਿਆ, ਜਿਸ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਪੰਜਾਬ ਵਿਜੀਲੈਂਸ ਬਿਊਰੋ ਨੇ ਕੱਲ ਦੇਰ ਸ਼ਾਮ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਸੁਮੇਧ ਸੈਣੀ ਖਿਲਾਫ ਆਮਦਨ ਤੋਂ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਕਰੀਬ 4 ਸਾਲਾਂ ਤੋਂ ਸਾਬਕਾ ਡੀਜੀਪੀ ਸੈਣੀ ਪੁਲਿਸ ਕੇਸਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਹੈ। ਸੁਮੇਧ ਸੈਣੀ ਖਿਲਾਫ ਕਈ ਕੇਸ ਦਰਜ ਨੇ। ਬਲਵੰਤ ਸਿੰਘ ਮੁਲਤਾਨੀ ਕਤਲ ਅਤੇ ਅਗਵਾ ਦਾ ਕੇਸ, ਬਹਿਬਲ ਕਲਾਂ ਗੋਲੀ ਕਾਂਡ ਦਾ ਕੇਸ, ਲੁਧਿਆਣੇ ਦਾ ਟ੍ਰਿਪਲ ਮਰਡਰ ਕੇਸ ਤੇ ਹੁਣ ਭ੍ਰਿਸ਼ਟਾਚਾਰ ਵਾਲਾ ਕੇਸ। ਕਿਸੇ ਵੀ ਕੇਸ ਦੇ ਵਿੱਚ ਪੰਜਾਬ ਪੁਲਿਸ ਸੈਣੀ ਤੱਕ ਪਹੁੰਚ ਨਹੀਂ ਸਕੀ ਸੀ ਤੇ ਇਹ ਵੀ ਪਤਾ ਲੱਗਿਆ ਕਿ ਕੱਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸਦੀ ਜ਼ੈਡ ਸੁਰੱਖਿਆ ਵਾਪਸ ਲਈ ਗਈ। ਅਕਾਲੀ ਬੀਜੇਪੀ ਗੱਠਜੋੜ ਸਰਕਾਰ ਵੇਲੇ ਸੁਮੇਧ ਸੈਣੀ ਤਾਕਤਵਰ ਡੀਜੀਪੀ ਵਜੋਂ ਵਿਚਰਿਆ ਸੀ, ਪਰ ਜਦੋਂ ਬਰਗਾੜੀ ਬੇਅਦਬੀ ਕਾਂਡ ਵਾਪਰਿਆ ਸੀ, ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਤਾਂ ਅਕਾਲੀਆਂ ਨੂੰ ਡੀਜੀਪੀ ਨੂੰ ਅਹੁਦੇ ਤੋਂ ਲਾਂਭੇ ਕਰਨਾ ਪਿਆ ਸੀ ਤੇ ਸੈਣੀ ਨੂੰ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਦਰਅਸਲ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੱਲ ਦੇਰ ਸ਼ਾਮ ਕਰੀਬ 8 ਵਜੇ ਸਾਬਕਾ ਡੀਜੀਪੀ ਸੈਣੀ ਪੁਲਿਸ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਪਹੁੰਚਿਆ। ਉਸ ਮੌਕੇ ਵਿਜੀਲੈਂਸ ਦਫ਼ਤਰ ਵਿੱਚ ਕੋਈ ਖਾਸ ਅਧਿਕਾਰੀ ਮੌਜੂਦ ਨਹੀਂ ਸੀ। ਜਿਵੇਂ ਹੀ ਆਪਣੇ ਵਕੀਲਾਂ ਦੀ ਟੀਮ ਨਾਲ ਸੈਣੀ ਦੇ ਵਿਜੀਲੈਂਸ ਦਫ਼ਤਰ ਪਹੁੰਚਣ ਦਾ ਪਤਾ ਲੱਗਿਆ ਤਾਂ ਵਿਜੀਲੈਂਸ ਅਫਸਰਾਂ ਦੀ ਟੀਮ ਮੌਕੇ ਤੇ ਪਹੁੰਚ ਗਈ। ਇਸ ਮੌਕੇ ਵਿਜੀਲੈਂਸ ਅਧਿਕਾਰੀਆਂ ਅਤੇ ਸਾਬਕਾ ਡੀਜੀਪੀ ਦਰਮਿਆਨ ਕਾਫੀ ਤਿੱਖੀ ਤਲਖ ਕਲਾਮੀ ਵੀ ਹੋਈ। ਸੈਣੀ ਤੋਂ ਪੁੱਛਗਿੱਛ ਦੌਰਾਨ ਹੀ ਵਿਜੀਲੈਂਸ ਅਫਸਰਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਲੈ ਲਿਆ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਕੇਸ ਤੋਂ ਇਲਾਵਾ ਇੱਕ ਹੋਰ ਕੇਸ 'ਚ ਵੀ ਇਹ ਗ੍ਰਿਫਤਾਰੀ ਹੋਈ ਹੈ ਤੇ ਇਹ ਕੇਸ ਭਰਤੀ ਘੁਟਾਲੇ ਨਾਲ ਜੁੜਿਆ ਹੋ ਸਕਦਾ ਹੈ, ਪਰ ਵਿਜੀਲੈਂਸ ਅਧਿਕਾਰੀਆਂ ਨੇ ਹਾਲੇ ਇਸ ਦਾ ਬਹੁਤਾ ਭੇਤ ਹੈ ਜਿਹੜਾ ਉਹ ਨਹੀਂ ਖੋਲਿਆ। ਪਰ ਸਰਕਾਰੀ ਵਕੀਲ ਦੇ ਮੁਤਾਬਿਕ ਸਾਨੂੰ ਦੱਸਿਆ ਹੈ, ਖਾਸ ਤੌਰ ਤੇ ਉਹਨਾਂ ਦੇ ਦੱਸਣ ਦੇ ਮੁਤਾਬਿਕ ਜਿਹੜਾ ਇਹ ਗ੍ਰਿਫਤਾਰੀ ਹੈ ਇਹ ਭਰਤੀ ਘੁਟਾਲੇ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਸੈਣੀ ਦੀ ਜ਼ਮਾਨਤ ਹੈ ਜਿਹੜੀ ਉਹ ਮਨਜ਼ੂਰ ਹੋਈ ਹੈ ਤੇ ਉਹਦੇ ਵਿੱਚ ਗ੍ਰਿਫਤਾਰੀ ਹੋਣੀ ਮੁਸ਼ਕਿਲ ਸੀ। ਵਿਜੀਲੈਂਸ ਅਧਿਕਾਰੀਆਂ ਦੇ ਮੁਤਾਬਿਕ ਸੈਣੀ ਦੀ ਰਸਮੀ ਗ੍ਰਿਫਤਾਰੀ ਲਈ ਕਾਨੂੰਨੀ ਅਮਲ ਸ਼ੁਰੂ ਕਰ ਦਿੱਤਾ ਗਿਆ, ਜਿਸ ਬਾਰੇ ਜਿਹੜੀ ਪੂਰੀ ਜਾਣਕਾਰੀ ਹੈ ਉਹ ਅੱਜ ਸਾਂਝੀ ਕੀਤੀ ਜਾਏਗੀ। ਸੁਮੇਧ ਸੈਣੀ ਸਿਰਫ 4 ਕੇਸਾਂ ਦਾ ਨਹੀਂ ਬਲਕਿ 1 ਦਰਜਨ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੱਲ ਹਾਈ ਕੋਰਟ ਦੇ ਵਿੱਚ ਵੀ ਸੈਣੀ ਦੀ ਝਾੜ-ਝੰਬ ਹੋਈ ਹੈ। ਉਹ ਤੁਹਾਨੂੰ ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਾਂਗੇ ਕਿ ਹਾਈ ਕੋਰਟ ਨੇ ਕੀ ਕਹਿ ਕੇ ਸੈਣੀ ਨੂੰ ਤਾੜਨਾ ਕੀਤੀ ਕਿ ਸੁਮੇਧ ਸੈਣੀ ਆਪਣੀ ਅਰਜ਼ੀ ਵਾਪਸ ਲੈ ਕੇ ਚਲਾ ਗਿਆ ਸੀ, ਪਰ ਸੁਮੇਧ ਸੈਣੀ ਇੱਕ ਵੱਡਾ ਜਿਹੜਾ ਤਾਕਤਵਰ ਪੁਲਿਸ ਅਫਸਰ ਰਿਹਾ ਹੈ, ਉਸ ਨੂੰ ਨਹੀਂ ਪਤਾ ਸੀ, ਅੰਦਾਜ਼ਾ ਵੀ ਨਹੀਂ ਹੋਣਾ ਕਿ ਉਹ ਕਦੇ ਪੁਲਿਸ ਦੀ ਗ੍ਰਿਫਤ ਵਿੱਚ ਆ ਸਕਦਾ ਹੈ, ਕਿਉਂਕਿ ਹੁਣ ਤੱਕ ਉਹ ਸਰਕਾਰ ਦੀਆਂ ਛਤਰੀਆਂ ਕਰਕੇ ਬਚਦਾ ਰਿਹਾ। ਦੂਜੀ ਵੱਡੀ ਖਬਰ ਹੈ, ਅਫਗਾਨਿਸਤਾਨ ਦੇ ਵਿੱਚ ਨਵੀਂ ਸਰਕਾਰ ਬਣਾਉਣ ਦੇ ਲਈ ਤਾਲਿਬਾਨ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ। ਸਾਬਕਾ ਅਫਗਾਨ ਸਦਰ ਕਰਜ਼ਈ ਤੇ ਅਬਦੁੱਲਾ ਵੱਲੋਂ ਹੱਕਾਨੀ ਨੈਟਵਰਕ ਦੇ ਵੱਡੇ ਲੀਡਰ ਨਾਲ ਮੁਲਾਕਾਤ ਕੀਤੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਅਗਲੇ ਕੁਝ ਦਿਨਾਂ ਦੇ ਅੰਦਰ ਸੁਰੱਖਿਅਤ ਕੱਢਣ ਦੀ ਸਰਕਾਰ ਦੀ ਰਣਨੀਤੀ ਬਾਰੇ ਵੀ ਵਿਚਾਰਾਂ ਕੀਤੀਆਂ ਨੇ। ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਦੌਰਾਨ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਬਾਰੇ ਵੀ ਸਮੀਖਿਆ ਕੀਤੀ ਗਈ ਹੈ। ਜਿਹੜੀ ਚਰਚਾ ਚੱਲ ਰਹੀ ਹੈ ਉਸ ਦੇ ਮੁਤਾਬਿਕ ਅਗਲਾ ਅਫਗਾਨ ਸਦਰ ਮੁੱਲਾ ਬਰਾਦਰ ਹੋ ਸਕਦਾ ਹੈ। ਮੁੱਲਾ ਅਬਦੁਲ ਗਨੀ ਬਰਾਦਰ ਨੂੰ ਅਫਗਾਨਿਸਤਾਨ ਦਾ ਅਗਲਾ ਸਦਰ ਯਾਨੀ ਕਿ ਵੱਡਾ ਲੀਡਰ ਰਾਸ਼ਟਰਪਤੀ ਨਿਯੁਕਤ ਕੀਤਾ ਜਾ ਸਕਦਾ ਹੈ। ਮੁੱਲਾ ਬਰਾਦਰ ਕਤਰ ਦੇ ਵਿੱਚ ਸੀ, ਕੰਧਾਰ ਪਹੁੰਚ ਚੁੱਕਿਆ ਤੇ ਤਾਲਿਬਾਨ ਦੀ ਜਿਹੜੀ ਵੱਡੀ ਫੌਜ ਹੈਗੀ ਇਸ ਵੇਲੇ ਕਾਬੁਲ ਦੇ ਵਿੱਚ, ਉਹਦੇ ਕੋਲ ਜਲਦੀ ਪਹੁੰਚ ਸਕਦਾ ਹੈ। ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਸੰਯੁਕਤ ਅਰਬ ਅਮੀਰਾਤ ਨੇ ਅਸ਼ਰਫ ਗਨੀ ਨੂੰ ਪਨਾਹ ਦਿੱਤੀ ਹੈ। ਪਿਛਲੇ ਦਿਨ ਜਦੋਂ ਐਤਵਾਰ ਰਾਤ ਨੂੰ ਅਸ਼ਰਫ ਗਨੀ ਮੁਲਕ ਛੱਡ ਕੇ ਭੱਜ ਗਏ ਸੀ ਤਾਂ ਪਤਾ ਨਹੀਂ ਲੱਗ ਰਿਹਾ ਸੀ ਕਿ ਅਸ਼ਰਫ ਗਨੀ ਕਿਹੜੇ ਮੁਲਕ ਵਿੱਚ ਨੇ। ਉਜ਼ਬੇਕਿਸਤਾਨ ਬਾਰੇ ਚਰਚਾ ਹੋ ਰਹੀ ਸੀ, ਪਰ ਹੁਣ ਪਤਾ ਲੱਗਿਆ ਕਿ UAE ਯਾਨੀ ਕਿ ਸੰਯੁਕਤ ਅਰਬ ਅਮੀਰਾਤ ਨੇ ਅਸ਼ਰਫ ਗਨੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਮਨੁੱਖੀ ਅਧਿਕਾਰਾਂ ਤੇ ਪਨਾਹ ਦੇ ਦਿੱਤੀ ਹੈ। ਕੱਲ ਤੋਂ ਮੌਨਸੂਨ ਫੇਰ ਪੂਰੇ ਉੱਤਰੀ ਭਾਰਤ ਵਿੱਚ ਸਰਗਰਮ ਹੋਏਗਾ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਯੂਪੀ ਦੇ ਵਿੱਚ 20 ਤੇ 21 ਅਗਸਤ ਨੂੰ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਕੱਲ ਸੁਖਬੀਰ ਬਾਦਲ ਨੇ ਆਪਣੀ 100 ਦਿਨਾਂ ਪੰਜਾਬ ਯਾਤਰਾ ਸ਼ੁਰੂ ਕੀਤੀ ਹੈ। ਜ਼ੀਰਾ ਤੋਂ ਇਹ ਸ਼ੁਰੂ ਹੋਈ ਹੈ। ਜ਼ੀਰਾ ਮੱਖੂ ਤੇ ਨੇੜਲੇ ਪਿੰਡਾਂ ਦੇ ਵਿੱਚ ਇਕੱਠ ਕੀਤੇ ਗਏ ਤੇ ਸੁਖਬੀਰ ਨੇ ਕਿਹਾ ਕਿ ਅਕਾਲੀ ਬਸਪਾ ਸਰਕਾਰ ਬਣਤੇ ਖੇਤੀ ਕਾਨੂੰਨ ਰੱਦ ਕਰਾਂਗੇ, ਪਰ ਭਾਰਤੀ ਕਿਸਾਨ ਯੂਨੀਅਨਾਂ ਵੱਖ-ਵੱਖ ਯੂਨੀਅਨ ਦੀ ਅਗਵਾਈ ਦੇ ਵਿੱਚ ਸੁਖਬੀਰ ਬਾਦਲ ਦਾ ਵਿਰੋਧ ਵੀ ਹੋਇਆ। ਕਿਸਾਨਾਂ ਨੇ ਸੁਖਬੀਰ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਸੁਖਬੀਰ ਨੇ ਕਿਹਾ ਕਿਸਾਨ ਨਹੀਂ ਕਾਂਗਰਸ ਦੇ ਲੋਕ ਨੇ।
ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਲ ਸੰਤ ਰਾਮ ਸਿੰਘ ਘਾਲਾਮਾਲਾ ਚੌਂਕ ਵਿਚਲੇ ਇੱਕ ਹੋਟਲ ਦੇ ਵਿੱਚ ਜਨਮ ਦਿਨ ਦੀ ਪਾਰਟੀ ਵਿੱਚ ਗੋਲੀਆਂ ਚੱਲੀਆਂ ਤੇ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ 20-25 ਨੌਜਵਾਨ ਨੇ ਜਿਹੜੇ ਉਹ ਸੱਦੇ ਗਏ ਸੀ ਇੱਕ ਨੌਜਵਾਨ ਦੇ ਜਨਮ ਦਿਨ ਦੀ ਪਾਰਟੀ ਵਿੱਚ। ਜਦੋਂ ਕੇਕ ਕੱਟਿਆ ਤਾਂ ਕੇਕ ਲੱਗਣ ਕਾਰਨ ਕੁਝ ਦੋਸਤਾਂ ਵਿਚਾਲੇ ਤਕਰਾਰ ਹੋ ਗਈ। ਹੋਟਲ ਤੋਂ ਬਾਹਰ ਆ ਕੇ ਇਹਨਾਂ ਨੇ ਗੋਲੀਆਂ ਚਲਾਈਆਂ ਤੇ ਜਿਹੜੇ ਨੌਜਵਾਨ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹਨਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ 5 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ। 2 ਕਾਰਾਂ ਵੀ ਬਰਾਮਦ ਕੀਤੀਆਂ ਨੇ। ਪੂਰੇ ਪੰਜਾਬ ਦੇ ਵਿੱਚ ਰਿਲਾਇੰਸ ਕੰਪਨੀ ਦੇ ਸਾਰੇ ਮਾਲ ਤੇ ਹੋਰ ਜਿੰਨੇ ਵੀ ਪੈਟਰੋਲ ਪੰਪ ਵਗੈਰਾ ਨੇ ਉਹ ਸਾਰੇ ਬੰਦ ਪਏ ਨੇ, ਪਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਤਾਂ ਜੀਓ ਨੂੰ ਕਹਿੰਦੇ ਨਵਾਂ ਜਨਮ ਹੀ ਦੇ ਦਿੱਤਾ ਹੈ। ਸਾਰੇ ਰਿਲਾਇੰਸ ਕੰਪਨੀ ਦੇ ਵਪਾਰਿਕ ਅਦਾਰੇ ਬੰਦ ਪਏ ਨੇ, ਪਰ ਬਾਬਾ ਫਰੀਦ ਯੂਨੀਵਰਸਿਟੀ ਹਾਲੇ ਵੀ ਰਿਲਾਇੰਸ ਦੀ ਜੀਓ ਨੈਟਵਰਕ ਕੰਪਨੀ ਤੇ ਮਿਹਰਬਾਨ ਹੈ। ਜੀਓ ਕੰਪਨੀ ਨੇ ਬਿਨਾਂ ਕਿਸੇ ਟੈਂਡਰ ਤੇ ਮਨਜ਼ੂਰੀ ਤੋਂ ਯੂਨੀਵਰਸਿਟੀ ਦੇ ਹਸਪਤਾਲ ਦੀ ਇਮਾਰਤ ਵਿੱਚ ਜੀਓ ਦਾ ਨਵਾਂ ਟਾਵਰ ਲਾ ਦਿੱਤਾ ਹੈ। ਉਸ ਤੋਂ ਬਾਅਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੁਲੇਖ ਮਿੱਤਲ ਨੇ ਕਿਹਾ ਕਿ ਅਸੀਂ ਜੀਓ ਕੰਪਨੀ ਦਾ ਟਾਵਰ ਲਾਉਣ ਲਈ ਕਿਸੇ ਨੂੰ ਲਿਖਤੀ ਮਨਜ਼ੂਰੀ ਨਹੀਂ ਦਿੱਤੀ, ਪਰ ਮਨਜ਼ੂਰੀ ਤੋਂ ਬਿਨਾਂ ਟਾਵਰ ਲੱਗਣਾ ਉਹ ਵੀ ਇੱਕ ਕਾਲਜ ਦੇ ਵਿੱਚ ਇਹ ਕਿਵੇਂ ਸੰਭਵ ਹੋ ਸਕਦਾ ਹੈ। ਜ਼ਾਹਿਰ ਤੌਰ ਤੇ ਹੁਣ ਕਿਸਾਨ ਇਸ ਖਬਰ ਦਾ ਪਤਾ ਲੱਗਣ ਤੋਂ ਇੱਥੇ ਵੀ ਵਿਰੋਧ ਕਰਨ ਦੇ ਲਈ ਜ਼ਰੂਰ ਪਹੁੰਚਣਗੇ। ਮੰਡੀ ਕਾਲਿਆਂਵਾਲੀ ਦੇ ਵਿੱਚ ਕੱਲ ਅੰਨਪੂਰਨਾ ਉਤਸਵ ਮਨਾਇਆ ਗਿਆ। ਇਸ ਮੌਕੇ ਕਈ ਪਿੰਡਾਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। ਮੰਡੀ ਮਜ਼ਦੂਰਾਂ ਤੇ ਕਿਸਾਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਮੌਕੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਦੁਸ਼ਯੰਤ ਚੌਟਾਲਾ ਦੀਆਂ ਤਸਵੀਰਾਂ ਵਾਲੇ ਅਨਾਜ ਵਾਲੇ ਝੋਲੇ ਜਿਹੜੇ ਸਰਕਾਰ ਨੇ ਵੰਡੇ ਨੇ, ਉਹ ਸਾਰੇ ਝੋਲੇ ਨੇ ਜਿਹੜੇ ਉਹ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਫੂਕ ਦਿੱਤੇ ਅੱਗ ਲਾ ਕੇ। ਤੇ ਗੁਰਨਾਮ ਸਿੰਘ ਚੜੂਨੀ ਨੇ ਵੀ ਇਹੀ ਸੱਦਾ ਦਿੱਤਾ ਕੱਲ ਕਿ ਇਹ ਝੋਲੇ ਫੂਕੇ ਜਾਣ, ਅਨਾਜ ਕੱਢ ਲਿਆ ਜਾਵੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਹਰ ਪਾਸਿਓਂ ਵਿਰੋਧ ਹੋ ਰਿਹਾ ਹੈ। ਇੰਗਲੈਂਡ ਦੇ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਬੁੱਤ ਨੂੰ ਤੋੜਨ ਲਈ ਕੱਟੜਵਾਦੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਅਧਿਕਾਰੀ ਇਸ ਦੀ ਮੁਰੰਮਤ ਲਈ ਤੁਰੰਤ ਕਾਰਵਾਈ ਕਰਨ। ਪਾਕਿਸਤਾਨ ਦੇ ਵਿੱਚ ਪਿਸ਼ਾਵਰ ਦੇ ਸਿੱਖਾਂ ਨੇ ਬੁੱਤ ਦੀ ਰਾਖੀ ਕਰਨ ਵਾਲਾ ਬਿਆਨ ਦਿੱਤਾ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 20 ਤਰੀਕ ਯਾਨੀ ਕਿ ਕੱਲ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਬਰਸੀ ਮਨਾਉਣ ਪਹੁੰਚ ਰਹੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਇਸ ਵਿਰੋਧ ਦੇ ਸੱਦੇ ਲਈ ਕਿਸਾਨਾਂ ਦੇ ਵੱਲੋਂ ਗੱਡੀ ਤੇ ਸਪੀਕਰ ਲਾ ਕੇ ਪਿੰਡ-ਪਿੰਡ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਿਰਫ ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਪ੍ਰੋਗਰਾਮ ਨੇ ਜਿਹੜੇ ਉਹ ਰੱਖੇ ਜਾ ਰਹੇ ਨੇ। ਸੋ ਕੱਲ ਨੂੰ 20 ਅਗਸਤ ਨੂੰ ਲੌਂਗੋਵਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣ ਤੇ ਇਹਨਾਂ ਸਿਆਸੀ ਪਾਰਟੀਆਂ ਦਾ, ਸਿਆਸੀ ਲੀਡਰਾਂ ਦਾ ਵਿਰੋਧ ਕਰਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਫਰਮਾਨ ਕੱਢ ਕੇ ਸਕੂਲਾਂ ਦੇ ਬੱਚਿਆਂ ਦੇ ਉੱਤੇ ਇੱਕ ਨਵਾਂ ਬੋਝ ਪਾ ਦਿੱਤਾ ਹੈ। ਫਰਮਾਨ ਹੈ ਕਿ ਜੇਕਰ 10ਵੀਂ ਤੇ 12ਵੀਂ ਕਲਾਸ ਦੇ ਪ੍ਰੀਖਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦੇ ਨੇ ਰਿਜ਼ਲਟ ਦੇ ਸਰਟੀਫਿਕੇਟ ਦੀ, ਤਾਂ 300 ਰੁਪਏ ਜਮ੍ਹਾਂ ਕਰਵਾਏ ਜਾਣ। ਗਰੀਬ ਮਾਪੇ ਤਾਂ ਬੇਬਸ ਨੇ। ਉਹਨਾਂ ਕੋਵਿਡ ਦੌਰਾਨ ਸਿੱਖਿਆ ਬੋਰਡ ਨੂੰ ਕਰੋੜਾਂ ਰੁਪਏ ਪਹਿਲਾਂ ਹੀ ਤਾਰ ਦਿੱਤੇ ਨੇ। ਆਨਲਾਈਨ ਪੜ੍ਹਾਈ ਹੋਈ ਹੈ, ਪਰ ਹੁਣ 300 ਰੁਪਇਆ ਜਿਹੜਾ ਹੋਰ ਲੈਣ ਦਾ ਜਿਹੜਾ ਵੱਡਾ ਫਰਮਾਨ ਹੈ, ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ। ਤੇ ਪਹਿਲੀ ਵਾਰੀ ਹੋਇਆ ਹੈ ਕਿ ਸਿੱਖਿਆ ਬੋਰਡ ਨੇ ਸਰਟੀਫਿਕੇਟਾਂ ਦੀ ਕੀਮਤ ਰੱਖੀ ਹੈ, ਜਦਕਿ ਪਹਿਲਾਂ ਸਭ ਕੁਝ ਪ੍ਰੀਖਿਆ ਫੀਸ ਦੇ ਵਿੱਚ ਹੀ ਸ਼ਾਮਲ ਹੁੰਦਾ ਸੀ। ਇੱਕ ਹੋਰ ਅਹਿਮ ਖਬਰ ਤੁਹਾਨੂੰ ਘਰ-ਘਰ ਰੁਜ਼ਗਾਰ ਦੇ ਨਾਲ ਜੁੜੀ ਹੋਈ ਦੱਸ ਰਹੇ ਹਾਂ। ਕੈਪਟਨ ਸਰਕਾਰ ਹੁਣ ਰਹਿੰਦੇ ਮਹੀਨਿਆਂ ਦੇ ਵਿੱਚ ਹੱਥਾਂ ਤੇ ਸਰੋਂ ਜਮਾਉਣ ਦੀ ਤਿਆਰੀ ਦੇ ਵਿੱਚ ਹੈ, ਕਿਉਂਕਿ ਸਰਕਾਰ ਨੇ ਹਫ਼ਤੇ ਦੇ ਅੰਦਰ ਪੰਜਾਬ ਦੇ 2.5 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਰੱਖਿਆ। ਸੋਚ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ 7 ਦਿਨਾਂ ਦੇ ਅੰਦਰ 2.5 ਲੱਖ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ ਜਾਏਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਚੀਫ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਦੇ ਨਾਲ ਜਦੋਂ ਇਹ ਟੀਚੇ ਸਾਂਝੇ ਕੀਤੇ ਤਾਂ ਕੱਲ ਸਾਰੇ ਹੱਕੇ ਬੱਕੇ ਰਹਿ ਗਏ। ਪੰਜਾਬ 'ਚ 9 ਸਤੰਬਰ ਤੋਂ ਰੁਜ਼ਗਾਰ ਮੇਲੇ ਲੱਗ ਰਹੇ ਨੇ, 17 ਸਤੰਬਰ ਤੱਕ ਚੱਲਣਗੇ। ਛੁੱਟੀਆਂ ਛੱਡ ਕੇ ਮੇਲੇ ਹਫ਼ਤਾ ਭਰ ਚੱਲਣਗੇ ਤੇ ਇਹ ਰੁਜ਼ਗਾਰ ਪ੍ਰਾਈਵੇਟ ਖੇਤਰ ਦੇ ਵਿੱਚ ਦਿੱਤਾ ਜਾਣਾ, ਯਾਨੀ ਕਿ ਪ੍ਰਾਈਵੇਟ ਕੰਪਨੀਆਂ ਨੇ ਜਿਹੜੀਆਂ ਪੰਜਾਬ ਦੀਆਂ, ਉਹਨਾਂ ਦੇ ਉੱਤੇ ਹੁਣ ਡੰਡਾ ਜਿਹੜਾ ਉਹ ਰੱਖਿਆ ਜਾਏਗਾ ਕਿ ਤੁਸੀਂ ਆਪਣੀ ਕੰਪਨੀ ਦੇ ਵਿੱਚ ਇੰਨੇ ਮੁਲਾਜ਼ਮ ਨੇ ਜਿਹੜੇ ਉਹ ਨਿਯੁਕਤ ਕਰਨੇ ਹੀ ਕਰਨੇ ਨੇ। ਪਰ ਜੇ ਤੁਹਾਨੂੰ ਯਾਦ ਹੋਵੇ ਤਾਂ ਕੈਪਟਨ ਸਾਹਿਬ ਨੇ ਜਿਹੜਾ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਘਰ ਸਰਕਾਰੀ ਨੌਕਰੀ ਇੱਕ ਜਣੇ ਨੂੰ, ਪਰ ਹੁਣ ਪ੍ਰਾਈਵੇਟ ਦੇ ਵਿੱਚ ਹੀ ਜਿਹੜਾ ਹੈਗਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ 6 ਵੱਡੇ ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ 15,000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਦਾ ਟੀਚਾ ਹੈ। ਬਾਕੀ 16 ਜ਼ਿਲ੍ਹਿਆਂ ਵਿੱਚ ਹਰ ਜ਼ਿਲ੍ਹਾ 10,000 ਲੋਕਾਂ ਨੂੰ ਨੌਕਰੀ ਦਿੱਤੇ ਜਾਣ ਦੀਆਂ ਹਦਾਇਤਾਂ ਨੇ। ਪੜ੍ਹਿਆਂ ਲਿਖਿਆਂ ਤੋਂ ਇਲਾਵਾ ਅਨਪੜ੍ਹਾਂ ਨੂੰ ਵੀ ਰੁਜ਼ਗਾਰ ਦੇ ਅੰਕੜੇ ਵਿੱਚ ਸ਼ਾਮਲ ਕਰਨ ਦਾ ਫਰਮਾਨ ਜਾਰੀ ਹੋਇਆ। ਪੰਜਾਬ ਸਰਕਾਰ ਨੇ ਡੀਸੀਜ਼ ਨੂੰ ਇਹ ਟੀਚਾ ਦਿੱਤਾ ਹੈ ਕਿ ਹਫ਼ਤੇ ਦੌਰਾਨ 6,25,000 ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ 'ਚ ਇਕੱਠਾ ਕੀਤਾ ਜਾਵੇ ਤੇ 2.5 ਲੱਖ ਨੂੰ ਨੌਕਰੀਆਂ ਦਿੱਤੀਆਂ ਜਾਣ।
ਸੋ ਹੁਣ ਡਿਪਟੀ ਕਮਿਸ਼ਨਰਾਂ ਨੂੰ ਇਹ ਜਿਹੜਾ ਚੈਲੰਜ, ਇਹ ਟੀਚਾ ਦੇ ਦਿੱਤਾ ਗਿਆ ਤੇ ਉਹ ਕਿਵੇਂ ਇਸ ਨੂੰ ਪੂਰਾ ਕਰਨਗੇ। ਹੁਣ ਬਾਕੀ ਕੰਮਕਾਰ ਛੱਡ ਕੇ ਉਹਨਾਂ ਨੂੰ ਨੌਕਰੀਆਂ ਦੇਣ ਵਾਲੇ ਪਾਸੇ ਆ ਜਿਹੜਾ ਉਹ ਲੱਗਣਾ ਪਵੇਗਾ। ਪੰਜਾਬ ਦੇ ਵਿੱਚ ਹੁਣ 72 ਥਾਵਾਂ ਤੇ ਰੁਜ਼ਗਾਰ ਮੇਲੇ ਲੱਗਣਗੇ ਜਿੱਥੇ VIPs ਵੀ ਸ਼ਮੂਲੀਅਤ ਕਰਨਗੇ, ਯਾਨੀ ਕਿ ਹੁਣ ਵੱਡੇ ਵੱਡੇ ਲੀਡਰ ਵੋਟਾਂ ਦੇ ਵੇਲੇ ਇਹਨਾਂ ਨੌਕਰੀ ਮੇਲਿਆਂ ਦੇ ਵਿੱਚ ਪਹੁੰਚ ਕੇ ਆਪਣੇ ਹੱਥ ਕ੍ਰੈਡਿਟ ਲੈਣ ਦੀ ਪੂਰੀ ਕੋਸ਼ਿਸ਼ ਕਰਨਗੇ। ਪੰਜਾਬ ਸਰਕਾਰ ਨੇ ਮਿਸ਼ਨ ਰੈੱਡ ਸਕਾਈ ਵੀ ਚਲਾਇਆ, ਜਿਹਦੇ ਤਹਿਤ 31 ਮਾਰਚ 2022 ਤੱਕ ਸੂਬੇ ਦੇ 11,000 ਨਸ਼ੇੜੀ ਨੌਜਵਾਨਾਂ ਨੂੰ ਵੀ ਨੌਕਰੀ ਦਿੱਤੀ ਜਾਏਗੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਹਦੇ ਲਈ ਵੀ DCs ਨੂੰ 5 ਜ਼ੇਰੇ ਇਲਾਜ ਨਸ਼ੇੜੀਆਂ ਦੀ ਸ਼ਨਾਖਤ ਕਰਨ ਦੇ ਲਈ ਕਹਿ ਦਿੱਤਾ ਗਿਆ। ਇੱਕ ਹੋਰ ਸੱਚ ਬਾਹਰ ਆਇਆ RTI ਦੇ ਤਹਿਤ ਜਾਣਕਾਰੀ ਮੰਗੀ ਗਈ ਸੀ। ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਨੇ ਲਿਖਤੀ ਜਵਾਬ ਦਿੱਤਾ। ਜਾਣਕਾਰੀ ਮੰਗੀ ਸੀ ਕਿ ਘਰ ਘਰ ਰੁਜ਼ਗਾਰ ਕਿੰਨਿਆਂ ਨੂੰ ਮਿਲਿਆ, ਤਾਂ ਜਿਹੜੀ ਜਾਣਕਾਰੀ ਮੰਗੀ ਗਈ ਸੀ ਉਹਦਾ ਲਿਖਤੀ ਜਵਾਬ ਦਿੱਤਾ ਹੈ। ਘਰ ਘਰ ਰੁਜ਼ਗਾਰ ਦੇ ਲਾਰੇ ਤਹਿਤ ਦਿੱਤੇ ਰੁਜ਼ਗਾਰ ਦੀ ਸੂਚਨਾ ਵਿਭਾਗ ਕੋਲ ਉਪਲਬਧ ਨਹੀਂ ਹੈ, ਯਾਨੀ ਕਿ ਪਤਾ ਹੀ ਨਹੀਂ ਹੈਗਾ ਕਿੰਨਿਆਂ ਨੂੰ ਰੁਜ਼ਗਾਰ ਦਿੱਤਾ ਹੈ। ਤੇ ਮਹਿਕਮੇ ਨੇ ਆਪਣੇ ਜਵਾਬ ਦੇ ਵਿੱਚ ਲਾਰਾ ਸ਼ਬਦ ਦੀ ਪੂਰੀ ਤਰ੍ਹਾਂ ਸਪਸ਼ਟ ਤਰੀਕੇ ਨਾਲ ਵਰਤੋਂ ਕੀਤੀ ਹੈ ਕਿ ਘਰ ਘਰ ਰੁਜ਼ਗਾਰ ਦੇ ਲਾਰੇ ਤਹਿਤ। ਸੋ ਵਿਭਾਗ ਵੀ ਮੰਨਦਾ ਹੈ ਕਿ ਲਾਰਾ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਆਖਿਰਕਾਰ ਅਫਗਾਨਿਸਤਾਨ ਦੇ ਹਾਲਾਤਾਂ ਤੇ ਬੋਲੇ ਨੇ। ਅਫਗਾਨਿਸਤਾਨ ਵਿੱਚ ਬਣੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਜਥੇਦਾਰ ਨੇ ਕਿਹਾ ਕਿ ਜੋ ਉੱਥੇ ਹਾਲਾਤ ਬਣੇ ਹੋਏ ਨੇ, ਸਾਨੂੰ ਉੱਥੋਂ ਦੇ ਸਿੱਖਾਂ ਅਤੇ ਉੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੀ ਚਿੰਤਾ ਹੈ। ਬਹੁਤ ਸਾਰੇ ਸਿੱਖ ਅਫਗਾਨਿਸਤਾਨ ਤੋਂ ਮਾਈਗ੍ਰੇਟ ਹੋ ਕੇ ਕੈਨੇਡਾ, ਅਮਰੀਕਾ, ਦਿੱਲੀ ਵਿੱਚ ਆ ਕੇ ਪਹਿਲਾਂ ਹੀ ਵਸ ਚੁੱਕੇ ਨੇ, ਪਰ ਕੁਝ ਪਰਿਵਾਰ ਹਾਲੇ ਵੀ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਗੁਰੂ ਘਰ ਦੇ ਵਿੱਚ ਮਹਿਫੂਜ਼ ਰੱਖਿਆ ਹੋਇਆ ਹੈ। ਜਥੇਦਾਰ ਨੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਖਾਸ ਤੌਰ ਤੇ ਭਾਰਤ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਅਤੇ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਮੋਦੀ ਸਰਕਾਰ ਤਰਜੀਹੀ ਆਧਾਰ ਤੇ ਲਵੇ। ਇਹਨਾਂ ਬਣੇ ਹਾਲਾਤਾਂ ਦੇ ਵਿੱਚ ਸਾਨੂੰ ਜਿਹੜਾ ਫਿਕਰ ਹੈ, ਚਿੰਤਾ ਹੈ, ਉਹ ਉੱਥੋਂ ਦੇ ਸਿੱਖ ਭਾਈਚਾਰੇ ਦੀ ਹੈ। ਔਰ ਦੂਸਰੀ ਚਿੰਤਾ ਜਿਹੜੀ ਹੈ ਉੱਥੇ ਜਿਹੜੇ ਸਾਡੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਆ ਉਹਨਾਂ ਦੀ ਵੀ ਹੈ। ਬਹੁਤ ਸਾਰੇ ਸਿੱਖ ਅਫਗਾਨਿਸਤਾਨ ਤੋਂ ਮਾਈਗ੍ਰੇਟ ਹੋ ਕੇ ਕੈਨੇਡਾ, ਇੰਗਲੈਂਡ ਔਰ ਦਿੱਲੀ ਦੇ ਵਿੱਚ ਜਿਹੜੇ ਨੇ ਉਹ ਆ ਚੁੱਕੇ ਨੇ, ਵਸ ਚੁੱਕੇ ਨੇ, ਰਹਿ ਰਹੇ ਨੇ। ਕੁਝ ਪਰਿਵਾਰ ਜਿਹੜੇ ਨੇ ਉਹ ਅਫਗਾਨਿਸਤਾਨ ਦੇ ਵਿੱਚ ਅਜੇ ਵੀ ਜਿਹੜੇ ਆ ਉਹ ਰਹਿ ਰਹੇ ਆ। ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਆਪਣੇ ਆਪ ਨੂੰ ਮਹਿਫੂਜ਼ ਰੱਖਿਆ ਹੋਇਆ। ਔਰ ਬੜੀ ਸਾਨੂੰ ਉਹਨਾਂ ਸਿੱਖਾਂ ਦੀ ਜਿਹੜੀ ਇਹ ਚਿੰਤਾ ਹੈ। ਅਸੀਂ ਦੁਨੀਆ ਭਰ ਦੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਜਿਹੜੀ ਹੈ, ਹਿਫਾਜ਼ਤ ਜਿਹੜੀ ਹੈ, ਉਹਨੂੰ ਯਕੀਨੀ ਬਣਾਇਆ ਜਾਵੇ। ਖਾਸ ਤੌਰ ਤੇ ਭਾਰਤ ਸਰਕਾਰ ਨੂੰ ਇਹ ਜ਼ਰੂਰ ਕਹਾਂਗੇ। ਅਗਲੀ ਖਬਰ ਹੈ ਕਿ ਕਾਬੁਲ ਤੋਂ ਪਿਛਲੇ ਦਿਨੀ ਉੱਡੇ ਅਮਰੀਕੀ ਹਵਾਈ ਫੌਜ ਦੇ ਜਹਾਜ਼ ਦੇ ਪਹੀਏ ਦੇ ਵਿੱਚੋਂ ਮਨੁੱਖੀ ਹੱਡੀਆਂ ਤੇ ਮਾਸ ਮਿਲਿਆ ਹੈ। ਅਮਰੀਕੀ ਹਵਾਈ ਫੌਜ ਨੇ ਕਿਹਾ ਹੈ ਕਿ ਸਾਡਾ ਵਿਸ਼ੇਸ਼ ਜਾਂਚ ਦਸਤਾ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ਤੇ ਹੋਏ ਹਾਦਸੇ ਦੀ ਜਾਂਚ ਕਰ ਰਿਹਾ ਹੈ, ਜਿਹਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਉਦੋਂ ਵਾਪਰੀ ਸੀ ਜਦੋਂ ਸੈਂਕੜੇ ਅਫਗਾਨੀਆਂ ਨੇ C-17 ਕਾਰਗੋ ਜਹਾਜ਼ ਦੇ ਉਡਾਣ ਭਰਨ ਵੇਲੇ ਅਫਗਾਨਿਸਤਾਨ ਛੱਡਣ ਦੀ ਕਾਹਲੀ ਵਿੱਚ ਜਹਾਜ਼ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਤੁਸੀਂ ਵੀ ਦੇਖਿਆ ਹੋਣਾ ਕਿ 3 ਲੋਕ ਜਹਾਜ਼ ਦੇ ਖੰਭਾਂ ਦੇ ਨਾਲ ਖੰਭ ਫੜ ਕੇ ਜਦੋਂ ਉੱਡਣ ਦੀ ਕੋਸ਼ਿਸ਼ ਦੇ ਵਿੱਚ ਸੀ ਤਾਂ ਜਹਾਜ਼ ਜਦੋਂ ਉੱਡਿਆ ਤਾਂ ਤਿੰਨੇ ਉਹ ਥੱਲੇ ਡਿੱਗ ਪਏ ਸੀ। ਹਵਾਈ ਫੌਜ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਮਾਰੇ ਗਏ ਨੇ। ਤੇ ਜਦੋਂ ਇਹ ਜਹਾਜ਼ ਕਤਰ ਦੇ ਅਲ ਉਦੈਦ ਹਵਾਈ ਅੱਡੇ ਤੇ ਉਤਰਿਆ ਤਾਂ ਜਹਾਜ਼ ਦੇ ਪਹੀਏ ਵਿੱਚੋਂ ਮਨੁੱਖੀ ਮਾਸ ਤੇ ਹੱਡੀਆਂ ਮਿਲੀਆਂ। ਅਫਗਾਨਿਸਤਾਨ ਤੇ ਪੂਰਾ ਕਬਜ਼ਾ ਹੋਣ ਤੋਂ ਬਾਅਦ ਹੁਣ ਤਾਲਿਬਾਨ ਨੇ ਆਪਣੀ ਸਿਆਸੀ ਪਹੁੰਚ ਵਧਾਉਣ ਦੇ ਪੂਰੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਨੇ। ਸ਼ਕਤੀ ਪ੍ਰਦਰਸ਼ਨ ਦੇ ਦਮ ਤੇ ਹਕੂਮਤ ਚਲਾਉਣ ਦੀ ਪਿਛਲੀ ਭੁੱਲ ਨਾ ਦੁਹਰਾਉਂਦੇ ਹੋਏ ਤਾਲਿਬਾਨ ਲੀਡਰਾਂ ਨੇ ਸਿਆਸੀ ਮੇਲ ਮਿਲਾਪ ਦੇ ਸੰਕੇਤ ਦਿੱਤੇ ਨੇ। ਟੋਲੋ ਨਿਊਜ਼ ਨੇ ਦੱਸਿਆ ਕਿ ਇਸੇ ਕਵਾਇਦ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀ ਲੀਡਰ ਅਨਸ ਹਕਾਨੀ ਨੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਦੇਸ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹੇ ਅਬਦੁੱਲਾ ਦੇ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਲੀਡਰ ਇਸ ਗੱਲ ਤੋਂ ਭਲੀ ਭਾਂਤੀ ਹੁਣ ਵਾਕਿਫ ਹੋ ਗਏ ਨੇ ਕਿ ਭਾਵੇਂ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਦੇਸ਼ ਵਿੱਚ ਆਪਣਾ ਸਿੱਕਾ ਜ਼ਰੂਰ ਜਮਾ ਲਿਆ, ਪਰ ਦੇਸ਼ ਦੇ ਵਿੱਚ ਸਾਰੇ ਧਾਰਮਿਕ ਤੇ ਹੋਰ ਗੁੱਟਾਂ ਦੇ ਨਾਲ ਮਿਲ ਕੇ ਹੀ ਉਹਨਾਂ ਨੂੰ ਚੱਲਣਾ ਪਏਗਾ, ਨਹੀਂ ਤਾਂ ਉਹਨਾਂ ਦਾ ਰਾਹ ਸੌਖਾ ਨਹੀਂ ਹੋਏਗਾ। ਅਜਿਹੇ ਵਿੱਚ ਖਬਰਾਂ ਮਿਲ ਰਹੀਆਂ ਨੇ ਕਿ ਜਿਹੜੇ ਮੁੱਲਾ ਬਰਾਦਰ ਹੈਗੇ ਨੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਜਿਹੜੇ ਮੁੱਖ ਲੀਡਰਾਂ ਦੇ ਵਿੱਚੋਂ ਇੱਕ ਨੇ, ਉਹ ਵੀ ਅਫਗਾਨਿਸਤਾਨ ਪਹੁੰਚ ਚੁੱਕੇ ਨੇ ਤੇ ਇੱਕ ਅੱਧੇ ਦਿਨ ਦੇ ਵਿੱਚ ਉਹ ਕਾਬੁਲ ਪਹੁੰਚ ਸਕਦੇ ਨੇ। ਹੋ ਸਕਦਾ ਹੈ ਕਿ ਬੁੱਧਵਾਰ ਦੀ ਰਾਤ ਨੂੰ ਹੀ ਕਾਬੁਲ ਪਹੁੰਚ ਜਾਣ। ਤਾਲਿਬਾਨ ਦੇ ਸਭ ਤੋਂ ਵੱਡੇ ਲੀਡਰਾਂ ਦੇ ਵਿੱਚੋਂ ਇੱਕ ਨੇ ਮੁੱਲਾ ਅਬਦੁਲ ਗਨੀ ਬਰਾਦਰ ਤੇ ਇਹ ਜਿਹੜੇ
ਕਤਰ ਦੇ ਵਿੱਚ ਠਹਿਰੇ ਹੋਏ ਸੀ। ਮੁੱਲਾ ਬਰਾਦਰ ਤਾਲਿਬਾਨ ਬਣਾਉਣ ਵਾਲੇ ਯਾਨੀ ਕਿ ਤਾਲਿਬਾਨ ਦੇ ਸੰਸਥਾਪਕਾਂ ਦੇ ਵਿੱਚੋਂ ਇੱਕ ਨੇ। ਉਹਨਾਂ 4 ਲੋਕਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ 1994 ਵਿੱਚ ਤਾਲਿਬਾਨ ਦਾ ਗਠਨ ਕੀਤਾ ਸੀ। ਕਤਰ ਦੇ ਵਿੱਚ ਅਮਰੀਕਾ ਦੇ ਨਾਲ ਹੋਈਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਸੀ। ਸ਼ਾਂਤੀ ਦੀ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕੀਤਾ ਗਿਆ ਸੀ ਤੇ ਮੁੱਲਾ ਬਰਾਦਰ ਸ਼ਾਂਤੀ ਵਾਰਤਾ ਦੇ ਪੱਖ ਦੇ ਵਿੱਚ ਰਹੇ ਨੇ। ਬਰਾਦਰ ਨੇ 2020 ਦੇ ਵਿੱਚ ਅਮਰੀਕਾ ਦੇ ਨਾਲ ਦੋਹਾ ਵਿੱਚ ਹੋਏ ਸਮਝੌਤੇ ਤੇ ਹਸਤਾਖਰ ਕੀਤੇ ਸੀ, ਜਿਸ ਨੂੰ ਟਰੰਪ ਸਰਕਾਰ ਨੇ ਇੱਕ ਵੱਡੀ ਉਪਲਬਧੀ ਕਰਾਰ ਦਿੱਤਾ ਸੀ। ਤੇ ਇਸੇ ਦਰਮਿਆਨ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ਦੀ ਸਰਹੱਦ ਅੰਦਰ ਲੋਕਾਂ ਦਾ ਆਉਣਾ ਲਗਾਤਾਰ ਜਾਰੀ ਹੈ। ਬਾਰਡਰ ਤੇ ਸੁਰੱਖਿਆ ਬਲਾਂ ਦੇ ਨਾਲ ਤਾਲਿਬਾਨ ਦੇ ਲੜਾਕੇ ਵੀ ਮੌਜੂਦ ਨੇ। ਕਈ ਵੀਡੀਓਜ਼ ਦੇ ਵਿੱਚ ਉਹਨਾਂ ਇਲਾਕਿਆਂ ਵਿੱਚ ਗੋਲੀਆਂ ਚੱਲਦੀਆਂ ਵੀ ਨਜ਼ਰ ਆਈਆਂ ਜਿੱਥੇ ਭੀੜ ਸੀ। ਹਾਲੇ ਸਪਸ਼ਟ ਨਹੀਂ ਹੈ ਕਿ ਕਿਸੇ ਨੂੰ ਨੁਕਸਾਨ ਹੋਇਆ ਜਾਂ ਨਹੀਂ। ਇਸੇ ਦਰਮਿਆਨ ਜਲਾਲਾਬਾਦ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਲੋਕ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਨੇ। ਉਹ ਤਾਲਿਬਾਨ ਨੂੰ ਅਫਗਾਨਿਸਤਾਨ ਦਾ ਕੌਮੀ ਝੰਡਾ ਨਾਮ ਬਦਲਣ ਦੇ ਲਈ ਕਹਿ ਰਹੇ ਨੇ। ਲੰਘੇ ਦਿਨਾਂ ਵਿੱਚ ਅਜਿਹੇ ਪ੍ਰਦਰਸ਼ਨ ਹੋਰਨਾਂ ਇਲਾਕਿਆਂ ਦੇ ਵਿੱਚ ਵੀ ਹੋਏ ਸਨ। ਰੈਲੀ ਕੱਢੀ ਜਿਸ ਨੂੰ ਲੈ ਕੇ ਹਿੰਸਾ ਹੋਣ ਅਤੇ ਹਵਾ ਦੇ ਵਿੱਚ ਗੋਲੀਆਂ ਚਲਾਏ ਜਾਣ ਦੀਆਂ ਖਬਰਾਂ ਆਈਆਂ ਨੇ। ਹਾਲਾਂਕਿ ਤਾਲਿਬਾਨ ਨੇ ਇਸ ਘਟਨਾ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਹਿੰਸਾ ਦੇ ਵਿੱਚ ਕਿਸੇ ਦੇ ਸੱਟ ਫੇਟ ਤਾਂ ਨਹੀਂ ਵੱਜੀ। ਤੇ ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਤੇ ਅਫਗਾਨ ਲੋਕਾਂ ਨੂੰ ਲਿਜਾਣ ਲਈ ਉਡਾਣਾਂ ਨੇ ਜਿਹੜੀਆਂ ਉਹ ਆਪੋ ਆਪਣੇ ਮੁਲਕਾਂ ਨੂੰ ਪਰਤਣੀਆਂ ਸ਼ੁਰੂ ਹੋ ਗਈਆਂ ਨੇ। ਆਸਟ੍ਰੇਲੀਆ ਦੀ ਉਡਾਣ ਵਿੱਚ 26 ਜਣੇ, ਜਰਮਨੀ ਨੇ 131 ਤੇ ਡੱਚ ਉਡਾਣ ਦੇ ਵਿੱਚ 40 ਜਣੇ ਅਫਗਾਨਿਸਤਾਨ ਦੇ ਵਿੱਚੋਂ ਕੱਢੇ ਗਏ ਨੇ। ਰਾਜਧਾਨੀ ਕਾਬੁਲ ਦੇ ਵਿੱਚ ਵੀ ਜ਼ਿੰਦਗੀ ਹੌਲੀ-ਹੌਲੀ ਰਵਾਨਗੀ ਫੜ ਰਹੀ ਹੈ। ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਿਕ ਦੁਕਾਨਾਂ ਤੇ ਰੈਸਟੋਰੈਂਟ ਕਾਬੁਲ ਦੇ ਵਿੱਚ ਮੁੜ ਤੋਂ ਖੁੱਲ ਰਹੇ ਨੇ। ਕੁਝ ਔਰਤਾਂ ਵੀ ਸੜਕਾਂ ਤੇ ਦੇਖੀਆਂ ਗਈਆਂ ਨੇ। ਆਸਟ੍ਰੇਲੀਆ ਦੇ ਵਿੱਚ ਅਫਗਾਨੀਆਂ ਦੇ ਹੱਕਾਂ ਦੇ ਲਈ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਹਾਂ ਦਾ ਨਾਰਾ ਮਾਰਿਆ ਹੈ। ਉਹਨਾਂ ਨੇ ਅਫਗਾਨਿਸਤਾਨ ਦੇ ਨਾਗਰਿਕਾਂ ਨੂੰ ਤਰਸ ਦੇ ਆਧਾਰ ਤੇ ਸ਼ਰਨਾਰਥੀ ਵੀਜ਼ਾ ਦੇਣ ਦੀ ਮੰਗ ਕੀਤੀ ਹੈ, ਯਾਨੀ ਕਿ ਆਸਟ੍ਰੇਲੀਆ ਦੀ ਸਰਕਾਰ ਵੀ ਅਫਗਾਨੀਆਂ ਨੂੰ ਸ਼ਰਨਾਰਥੀ ਵੀਜ਼ਾ ਦੇਵੇ। ਆਸਟ੍ਰੇਲੀਆ ਵਿੱਚ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਅਫਗਾਨੀਆਂ ਦੇ ਹੱਕ 'ਚ ਮੁਜ਼ਾਹਰਾ ਕੀਤਾ। ਇਸ ਪ੍ਰਦਰਸ਼ਨ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਉਹਨਾਂ ਦੇ ਹੱਥਾਂ ਵਿੱਚ ਤਖਤੀਆਂ ਵੀ ਫੜੀਆਂ ਹੋਈਆਂ ਸਨ ਤੇ ਇਹਨਾਂ ਲੋਕਾਂ ਨੇ ਅਫਗਾਨੀ ਲੋਕਾਂ ਦੇ ਮੁੜ ਵਸੇਬੇ ਲਈ ਆਨਲਾਈਨ ਦਸਤਖਤ ਮੁਹਿੰਮ ਵੀ ਚਲਾਈ, ਜਿਸ ਤੇ ਲਗਭਗ 75,000 ਲੋਕਾਂ ਨੇ ਦਸਤਖਤ ਕੀਤੇ ਨੇ। ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਹਨਾਂ ਲੋਕਾਂ ਨੂੰ ਪਨਾਹ ਦੇਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਾਰਸ ਭੈਣ ਭਰਾ ਪਤੀ ਪਤਨੀ ਸੰਤਾਪ ਦੌਰਾਨ ਇਕੱਲੇ ਰਹਿ ਗਏ ਨੇ। ਪਾਕਿਸਤਾਨ ਨੇ ਹੁਣ ਆਪਣਾ ਰੁਖ ਥੋੜਾ ਜਿਹਾ ਬਦਲਿਆ। ਪਾਕਿਸਤਾਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਅਸੀਂ ਇੰਚ ਹੀ ਨਹੀਂ ਦੇਵਾਂਗੇ, ਇੱਕ ਪਾਸੜ ਫੈਸਲਾ ਨਹੀਂ ਕਰਾਂਗੇ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਸ ਬਾਰੇ ਕੋਈ ਵੀ ਫੈਸਲਾ ਖੇਤਰੀ ਅਤੇ ਕੌਮਾਂਤਰੀ ਸ਼ਕਤੀਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਅਸੀਂ ਲਵਾਂਗੇ। ਤਾਲਿਬਾਨ ਨੇ ਜਦੋਂ ਪਿਛਲੀ ਵਾਰੀ 90 ਦੇ ਦਹਾਕੇ ਵਿੱਚ ਅਫਗਾਨਿਸਤਾਨ ਵਿੱਚ ਸੱਤਾ ਹੱਥ ਵਿੱਚ ਲਈ ਸੀ ਤਾਂ ਕੇਵਲ 3 ਦੇਸ਼ਾਂ ਨੇ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦਿੱਤੀ ਸੀ। ਉਹ ਦੇਸ਼ ਸੀਗੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ। ਪਰ ਇਸ ਵਾਰੀ ਪਾਕਿਸਤਾਨ ਨੇ ਕਿਹਾ ਕਿ ਇੰਚ ਹੀ ਨਹੀਂ ਹੋਵਾਂਗੇ। ਅਫਗਾਨਿਸਤਾਨ ਦਾ ਸ਼ਾਸਨ ਸੰਭਾਲਣ ਤੋਂ ਬਾਅਦ ਤਾਲਿਬਾਨ ਨੇ ਕਿਹਾ ਕਿ ਔਰਤਾਂ ਨੂੰ ਅਸੀਂ ਸ਼ਰੀਆ ਕਾਨੂੰਨ ਦੇ ਮੁਤਾਬਿਕ ਹੱਕ ਦੇਵਾਂਗੇ। ਔਰਤਾਂ ਨੂੰ ਤਾਲਿਬਾਨੀ ਪ੍ਰਸ਼ਾਸਨ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ ਹੈ। ਅਫਗਾਨਿਸਤਾਨ ਦੇ ਮੀਡੀਆ ਖੇਤਰ ਦੇ ਵਿੱਚ ਕੰਮ ਕਰ ਰਹੀਆਂ ਔਰਤਾਂ ਨੇ ਵੀ ਆਪਣਾ ਕੰਮ ਮੁੜ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਟੋਲੋ ਟੀਵੀ ਤੇ ਵੀ ਹੁਣ ਔਰਤ ਐਂਕਰਾਂ ਨਜ਼ਰ ਆਉਣ ਲੱਗੀਆਂ ਨੇ। ਟੋਲੋ ਨਿਊਜ਼ ਨੇ ਕਿਹਾ ਕਿ ਅਸੀਂ ਆਮ ਵਾਂਗੂ ਹੁਣ ਕੰਮ ਸ਼ੁਰੂ ਕਰ ਦਿੱਤਾ ਹੈ। ਵਾਈਟ ਹਾਊਸ ਨੇ ਦੱਸਿਆ ਕਿ ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਆਮ ਨਾਗਰਿਕ ਹੁਣ ਬਿਨਾਂ ਡਰ ਦੇ ਅਤੇ ਸੁਰੱਖਿਆ ਦੇ ਕਾਬੁਲ 에ਅਰਪੋਰਟ ਤੱਕ ਜਾ ਸਕਦੇ ਨੇ। ਇਸੇ ਦਰਮਿਆਨ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਮਰੀਕਾ ਦੇ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੇ ਲਈ ਰਾਸ਼ਟਰਪਤੀ ਜੋ ਬਾਈਡਨ ਦੀ ਆਲੋਚਨਾ ਕੀਤੀ ਹੈ। ਅਖਬਾਰ ਵਾਲ ਸਟਰੀਟ ਜਰਨਲ ਦੇ ਵਿੱਚ ਉਹਨਾਂ ਦਾ ਇੱਕ ਲੇਖ ਪਬਲਿਸ਼ ਹੋਇਆ ਜਿਸ ਵਿੱਚ ਪੈਂਸ ਨੇ ਇਸ ਫੈਸਲੇ ਦੇ ਬਾਰੇ ਚ ਲਿਖਿਆ ਕਿ ਈਰਾਨ ਬੰਦਕ ਸੰਕਟ ਤੋਂ ਬਾਅਦ ਦੇਸ਼ ਦੀ ਵਿਦੇਸ਼ ਨੀਤੀ ਦਾ ਇਸ ਤਰ੍ਹਾਂ ਦਾ ਅਪਮਾਨ ਕਦੇ ਨਹੀਂ ਹੋਇਆ। ਪੈਂਸ ਨੇ ਦਾਅਵਾ ਕੀਤਾ ਹੈ ਕਿ ਬਾਈਡਨ ਨੇ ਇਹ ਕਹਿ ਕੇ ਸਮਝੌਤੇ ਦਾ ਉਲੰਘਣ ਕੀਤਾ ਹੈ ਕਿ ਅਮਰੀਕੀ ਫੌਜਾਂ ਕਈ ਮਹੀਨਿਆਂ ਤੱਕ ਅਫਗਾਨਿਸਤਾਨ ਦੇ ਵਿੱਚ ਰਹਿਣਗੀਆਂ। ਇਸ ਦੇ ਜਵਾਬ ਵਿੱਚ ਤਾਲਿਬਾਨ ਨੇ ਇਲਾਕਿਆਂ ਤੇ ਕਬਜ਼ਾ ਕਰਨ ਦੀ ਆਪਣੀ ਮੁਹਿੰਮ ਹੈ ਜਿਹੜੀ ਉਹ ਛੇੜ ਦਿੱਤੀ। ਪਰ ਕੁਝ ਬੁੱਧੀਜੀਵੀਆਂ ਨੇ ਪੈਂਸ ਦੇ ਕਹੇ ਦੀ ਆਲੋਚਨਾ ਵੀ ਕੀਤੀ ਹੈ। ਇਸੇ ਦਰਮਿਆਨ ਨੇਟੋ ਨੇ ਅਫਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਨੂੰ ਰੋਕ ਦਿੱਤਾ ਹੈ। ਨੇਟੋ ਦੇ ਮੁਖੀ ਜੇਨਸ ਸਟੋਲਟਨਬਰਗ ਨੇ ਕਿਹਾ ਕਿ ਨੇਟੋ ਮਦਦ ਦੇਣਾ ਉਦੋਂ ਹੀ ਸ਼ੁਰੂ ਕਰ ਸਕਦਾ ਹੈ ਜਦੋਂ ਉੱਥੇ ਕੋਈ ਚੰਗੀ ਸਰਕਾਰ ਨਹੀਂ ਬਣ ਜਾਂਦੀ। ਕੈਨੇਡਾ ਨੇ ਕਿਹਾ ਕਿ ਅਸੀਂ ਤਾਲਿਬਾਨ ਨੂੰ ਅਫਗਾਨਿਸਤਾਨ ਦੇ ਪ੍ਰਸ਼ਾਸਕ ਦੇ ਰੂਪ ਦੇ ਵਿੱਚ ਸਵੀਕਾਰ ਨਹੀਂ ਕਰਾਂਗੇ। ਕੈਨੇਡੀਆਈ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਤਾਲਿਬਾਨ ਨੂੰ ਮਾਨਤਾ ਦੇਣਾ ਇੱਕ ਕੱਟੜਵਾਦੀ ਜਥੇਬੰਦੀ ਨੂੰ ਮਾਨਤਾ ਦੇਣ ਵਰਗਾ ਹੋਵੇਗਾ।
ਯੁਗਾਂਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਸਰਕਾਰ ਦੀ ਗੁਜ਼ਾਰਿਸ਼ ਤੋਂ ਬਾਅਦ ਅਫਗਾਨਿਸਤਾਨ ਛੱਡ ਕੇ ਭੱਜੇ 2000 ਲੋਕਾਂ ਨੂੰ ਅਸੀਂ ਪਨਾਹ ਦੇਵਾਂਗੇ। 500 ਸ਼ਰਨਾਰਥੀਆਂ ਦਾ ਪਹਿਲਾ ਦਸਤਾ ਜਿਹੜਾ ਐਂਤੇਬੇ ਜਲਦੀ ਪਹੁੰਚ ਜਾਏਗਾ। ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰੌਬ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਦਿੱਤੀ ਜਾ ਰਹੀ ਮਨੁੱਖੀ ਮਦਦ ਨੂੰ ਅਸੀਂ 10% ਵਧਾਵਾਂਗੇ। ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਬਰਤਾਨੀਆ ਸਰਕਾਰ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਵੇਗੀ ਜਾਂ ਫਿਰ ਨਹੀਂ। ਯੂਰਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਪ੍ਰਮੁੱਖ ਜੋਸੇਪ ਬੁਰੇਲ ਦੇ ਮੁਤਾਬਿਕ ਸੰਘ ਭਾਵੇਂ ਹੀ ਕੱਟੜਪੰਥੀ ਜਥੇਬੰਦੀ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਨਾ ਦੇਵੇ, ਪਰ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਅਸੀਂ ਜ਼ਰੂਰ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਕਦੇ ਅਜਿਹਾ ਨਹੀਂ ਕਿਹਾ ਕਿ ਅਸੀਂ ਤਾਲਿਬਾਨ ਨੂੰ ਮਾਨਤਾ ਦੇਵਾਂਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਫਗਾਨਿਸਤਾਨ ਜਾਣਾ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਗਲਤ ਫੈਸਲਾ ਸੀ। ਫੌਕਸ ਨਿਊਜ਼ ਦੇ ਪੱਤਰਕਾਰ ਦੇ ਨਾਲ ਇੰਟਰਵਿਊ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ। ਜੋ ਹੋ ਰਿਹਾ ਹੈ ਉਸ ਕਾਰਨ ਸਾਡੀ ਬਦਨਾਮੀ ਹੋ ਰਹੀ ਹੈ। ਮੱਧ ਪੂਰਬ ਵਿੱਚ ਜਾਣ ਦਾ ਫੈਸਲਾ ਸਾਡੇ ਲਈ ਹੁਣ ਤੱਕ ਦਾ ਸਭ ਤੋਂ ਬੁਰਾ ਫੈਸਲਾ ਰਿਹਾ ਹੈ। ਇਸ ਫੈਸਲੇ ਕਾਰਨ ਅਸੀਂ ਨਾ ਕੇਵਲ ਕਰੋੜਾਂ ਡਾਲਰ ਦਾ ਨੁਕਸਾਨ ਖਾਧਾ ਹੈ, ਬਲਕਿ ਲੱਖਾਂ ਲੋਕਾਂ ਦੀਆਂ ਜਾਨਾਂ ਵੀ ਗਵਾਈਆਂ ਨੇ। ਅਸੀਂ ਮੱਧ ਪੂਰਬ ਨੂੰ ਤਬਾਹ ਕਰ ਦਿੱਤਾ ਹੈ। ਅਸੀਂ ਅੱਜ ਫੇਰ ਉੱਥੇ ਖੜੇ ਹਾਂ ਜਿੱਥੇ 21 ਸਾਲ ਪਹਿਲਾਂ ਖੜੇ ਸੀ। ਅਸੀਂ ਇਹਨਾਂ ਸਾਲਾਂ ਵਿੱਚ ਜੋ ਕੁਝ ਨਿਰਮਾਣ ਕੀਤਾ ਸੀ ਉਹ ਸਭ ਤਬਾਹ ਹੋ ਗਿਆ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਰੇਤੇ ਦੀ ਦਲਦਲ ਵਿੱਚ ਪੈਰ ਰੱਖਿਆ ਤੇ ਉੱਥੇ ਫਸ ਗਏ। ਅਫਗਾਨਿਸਤਾਨ ਦੇ ਮਸਲੇ ਨਾਲ ਜੁੜੀ ਇੱਕ ਖਬਰ ਤੁਹਾਨੂੰ ਭਾਰਤ ਤੋਂ ਦੱਸਦੇ ਹਾਂ, ਜਿੱਥੇ ਯੂਪੀ ਦੇ ਵਿੱਚ ਸਪਾ ਸਾਂਸਦ ਸ਼ਫੀਕੁਰ ਰਹਿਮਾਨ ਬਰਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹ ਵੀ ਦੇਸ਼ ਧਰੋਹ ਦਾ ਇੱਕ ਬੀਜੇਪੀ ਵਰਕਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਦਿਨ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਸੱਤਾ ਸਾਂਭਣ ਵਾਲੇ ਤਾਲਿਬਾਨ ਦੀ ਤੁਲਨਾ ਭਾਰਤ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਸੁਤੰਤਰਤਾ ਸੰਗਰਾਮ ਦੇ ਜਿਹੜੇ ਯੋਧੇ ਸੀ ਉਹਨਾਂ ਦੇ ਨਾਲ ਕਰਨ ਕਰਕੇ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ। ਬਰਕ ਨੇ ਕਿਹਾ ਸੀ ਕਿ ਜਦੋਂ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸੀ ਉਦੋਂ ਦੇਸ਼ ਨੇ ਆਜ਼ਾਦੀ ਦੀ ਲੜਾਈ ਲੜੀ। ਹੁਣ ਤਾਲਿਬਾਨ ਵੀ ਆਪਣੇ ਦੇਸ਼ ਨੂੰ ਆਜ਼ਾਦ ਕਰਾ ਕੇ ਖੁਦ ਦੇਸ਼ ਚਲਾਉਣਾ ਚਾਹੁੰਦੇ ਨੇ। ਪਹਿਲਾਂ ਰੂਸ ਤੇ ਫਿਰ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਕਬਜ਼ਾ ਕਰ ਰੱਖਿਆ ਸੀ। ਉਹਨਾਂ ਨੇ ਆਪਣੀ ਆਜ਼ਾਦੀ ਦੀ ਲੜਾਈ ਲੜੀ। ਇਹ ਉਹਨਾਂ ਦਾ ਨਿੱਜੀ ਮਾਮਲਾ ਹੈ, ਸਾਨੂੰ ਕਿਸੇ ਨੂੰ ਦਖਲ ਨਹੀਂ ਦੇਣਾ ਚਾਹੀਦਾ। ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਮੇਤ ਬੀਜੇਪੀ ਦੇ ਕਈ ਲੀਡਰਾਂ ਨੇ ਬਰਕ ਦੇ ਇਸ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਸੀ। ਬੀਜੇਪੀ ਨੇ ਬਰਕ ਨੂੰ ਮਾਫੀ ਮੰਗਣ ਦੇ ਲਈ ਵੀ ਕਿਹਾ ਸੀ ਤੇ ਬੀਜੇਪੀ ਦੇ ਇੱਕ ਵਰਕਰ ਨੇ ਹੁਣ ਬਰਕ ਦੇ ਖਿਲਾਫ ਦਰਜ ਕਰਵਾਈ ਤਾਂ ਦੇਸ਼ ਧਰੋਹ ਦਾ ਮਾਮਲਾ ਦਰਜ ਹੋ ਗਿਆ। ਅਫਗਾਨਿਸਤਾਨ ਦੀਆਂ ਅਪਡੇਟਸ ਤੋਂ ਬਾਅਦ ਤੁਹਾਨੂੰ ਪੰਜਾਬ ਦੀਆਂ ਕੁਝ ਖਾਸ ਖਬਰਾਂ ਦੱਸਦੇ ਹਾਂ। ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਹਾਈ ਕੋਰਟ ਦੇ ਵਿੱਚ ਅਰਜ਼ੀ ਲੈ ਕੇ ਗਿਆ ਸੀ, ਪਰ ਬਾਵਾ ਸਾਰੀਆਂ ਝਿੜਕਾਂ ਖਾ ਕੇ ਤੇ ਅਰਜ਼ੀ ਵਾਪਸ ਕਰਵਾ ਕੇ ਮੁੜਿਆ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਇੱਕ ਕੇਸ ਦੀ ਸੁਣਵਾਈ ਦੌਰਾਨ ਝਾੜ ਪਾਈ ਹੈ। ਭਾਵੇਂ ਕਿ ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਰਾਹਤ ਦੇ ਦਿੱਤੀ, ਜ਼ਮਾਨਤ ਦੇ ਦਿੱਤੀ ਸੀ, ਪਰ ਇੱਕ ਹੋਰ ਐਪਲੀਕੇਸ਼ਨ ਲੈ ਕੇ ਜਦੋਂ ਸੈਣੀ ਪਹੁੰਚਿਆ ਤਾਂ ਹਾਈ ਕੋਰਟ ਨੇ ਝਾੜ ਝੰਬ ਖਾਸੀ ਕਰ ਦਿੱਤੀ। ਸੈਣੀ ਨੇ ਅਦਾਲਤ ਨੂੰ ਅਰਜ਼ੀ ਲਿਖ ਕੇ ਮੰਗ ਕੀਤੀ ਸੀ ਕਿ ਵਿਜੀਲੈਂਸ ਮੇਰੇ ਖਿਲਾਫ ਨਵੀਂ ਧਾਰਾ ਜੋੜਨ ਤੋਂ ਪਹਿਲਾਂ ਹਾਈ ਕੋਰਟ ਦੀ ਇਜਾਜ਼ਤ ਲਿਆ ਕਰੇ। ਇਸ ਤੇ ਹਾਈ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਵਾਰ-ਵਾਰ ਅਰਜ਼ੀਆਂ ਦਾਇਰ ਨਾ ਕੀਤੀਆਂ ਜਾਣ, ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਨਾ ਕੀਤੀ ਜਾਵੇ। ਨਾਲ ਹੀ ਹਾਈ ਕੋਰਟ ਨੇ ਸੈਣੀ ਨੂੰ ਆਪਣੀ ਹੱਦ 'ਚ ਰਹਿਣ ਦੀ ਤਾੜਨਾ ਵੀ ਕੀਤੀ। ਹਾਈ ਕੋਰਟ ਦੇ ਇਸ ਤਿੱਖੇ ਸਟੈਂਡ ਤੋਂ ਬਾਅਦ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਨੇ 12 ਅਗਸਤ ਨੂੰ ਸੁਮੇਧ ਸੈਣੀ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਜਾਂਚ ਵਿੱਚ ਸ਼ਾਮਿਲ ਹੋਣ ਦੇ ਹੁਕਮ ਵੀ ਦਿੱਤੇ ਸੀ। ਪਾਸਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਦਿੱਤੇ ਸੀ। ਉਸ ਤੋਂ ਬਾਅਦ ਸੈਣੀ ਨਵੀਂ ਐਪਲੀਕੇਸ਼ਨ ਲੈ ਕੇ ਹਾਈ ਕੋਰਟ ਪਹੁੰਚਿਆ ਸੀ ਤੇ ਹਾਈ ਕੋਰਟ ਨੇ ਸਖਤ ਝਾੜ ਪਾਉਂਦਿਆਂ ਕਿਹਾ ਕਿ ਪਹਿਲਾਂ ਹੀ ਅੰਤਰਿਮ ਜ਼ਮਾਨਤ ਦੇ ਚੁੱਕੇ ਹਾਂ, ਵਾਰੀ-ਵਾਰੀ ਨਵੀਆਂ ਅਰਜ਼ੀਆਂ ਲਿਆ ਕੇ ਨਿਆਂਪਾਲਿਕਾ ਦੀ ਦੁਰਵਰਤੋਂ ਕਰਨ ਦੀ ਕੋਈ ਤੁਕ ਨਹੀਂ ਰਹਿ ਜਾਂਦੀ। ਜਿਸ ਤੋਂ ਬਾਅਦ ਸੁਮੇਧ ਸੈਣੀ ਆਪਣੀ ਅਰਜ਼ੀ ਲੈ ਕੇ ਵਾਪਸ ਘਰੇ ਚਲਾ ਗਿਆ। ਅਗਲੀ ਖਬਰ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਪੰਚਕੂਲਾ ਦੀ ਉਸਨੇ ਡੇਰਾ ਮੁਖੀ ਰਾਮ ਰਹੀਮ ਖਿਲਾਫ ਚੱਲ ਰਹੇ ਰਣਜੀਤ ਸਿੰਘ ਕਤਲ ਕੇਸ ਦੇ ਫੈਸਲੇ ਦੀ ਤਾਰੀਖ 26 ਅਗਸਤ ਰਾਖਵੀਂ ਰੱਖ ਲਈ ਹੈ। ਤੁਹਾਨੂੰ ਯਾਦ ਹੋਣਾ ਉਹ ਸਮਾਂ 2017 ਦਾ ਜਦੋਂ ਅਗਸਤ ਦੇ ਹੀ ਮਹੀਨੇ ਦੇ ਵਿੱਚ ਰਾਮ ਰਹੀਮ ਨੂੰ ਸਜ਼ਾ ਮਿਲੀ ਸੀ ਬਲਾਤਕਾਰ ਦੇ ਕੇਸ ਦੇ ਵਿੱਚ। ਕਿੰਨਾ ਖੂਨ ਖਰਾਬਾ ਜਿਹੜਾ ਡੇਰੇ ਦੇ ਚੇਲਿਆਂ ਨੇ ਕੀਤਾ ਸੀ ਪਹੁੰਚ ਕੇ ਪੰਚਕੂਲਾ ਦੇ ਵਿੱਚ, ਜਦੋਂ ਰਾਮ ਰਹੀਮ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀ। ਤੇ ਉਹੀ ਮਹੀਨਾ ਅਗਸਤ ਹੈ ਜਦੋਂ ਰਣਜੀਤ ਸਿੰਘ ਕਤਲ ਕੇਸ ਦੇ ਫੈਸਲੇ ਦੀ ਤਾਰੀਖ ਹੈ ਜਿਹੜੀ ਉਹ ਰੱਖੀ ਗਈ ਹੈ। ਪਿਛਲੀ ਸੁਣਵਾਈ ਵਿੱਚ ਅੰਤਿਮ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਸੁਣਵਾਈ ਦੌਰਾਨ 26 ਅਗਸਤ ਦੀ ਤਾਰੀਖ ਤੈਅ ਕੀਤੀ ਗਈ ਹੈ। ਵੱਡੀ ਖਬਰ ਹੈ, ਬੜੀ ਅਹਿਮ ਤਾਰੀਖ ਹੈ ਕਿਉਂਕਿ ਫੈਸਲਾ ਸੁਣਾਇਆ ਜਾਵੇਗਾ।
ਸੀਬੀਆਈ ਅਦਾਲਤ ਵੱਲੋਂ ਉਸ ਦਿਨ ਫੈਸਲਾ ਸੁਣਾਏ ਜਾਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਇਹ ਤਰੀਕ ਬਦਲੀ ਵੀ ਜਾ ਸਕਦੀ ਹੈ। ਜਿਹੜੀ ਸੁਣਵਾਈ ਬੁੱਧਵਾਰ ਨੂੰ ਹੋਈ ਹੈ ਉਸ ਦੇ ਵਿੱਚ ਬਚਾਅ ਪੱਖ ਨੇ ਸੀਬੀਆਈ ਅਦਾਲਤ ਵਿੱਚ ਅੰਤਿਮ ਦਲੀਲਾਂ ਦੇ ਸਾਰੇ ਦਸਤਾਵੇਜ਼ ਪੇਸ਼ ਕਰ ਦਿੱਤੇ। ਕਿਸਾਨਾਂ ਦੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਦੱਸ ਦਈਏ ਤਾਂ ਦਿੱਲੀ ਮੋਰਚਿਆਂ ਤੇ ਹੁਣ ਕਿਸਾਨਾਂ ਦੇ ਜਿਹੜੇ ਕਾਫਲੇ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਮੁੜ ਤੋਂ, ਕਿਉਂਕਿ ਅਗਸਤ ਦੇ ਵਿੱਚ ਜਿਹੜਾ ਹੈਗਾ ਕਿਸਾਨ ਮੋਰਚੇ ਦਿੱਲੀ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ 9 ਮਹੀਨੇ ਪੂਰੇ ਹੋ ਜਾਣਗੇ। ਤੁਹਾਨੂੰ ਯਾਦ ਹੋਣਾ 26 ਨਵੰਬਰ 2020 ਨੂੰ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਬੈਠੇ ਨੇ। 2021 ਦਾ ਅਗਸਤ ਮਹੀਨਾ ਆ ਗਿਆ ਤੇ 26-27 ਅਗਸਤ ਨੂੰ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਸੰਮੇਲਨ ਹੈ ਜਿਹੜਾ ਉਹ ਦਿੱਲੀ ਦੇ ਬਾਰਡਰਾਂ ਤੇ ਕੀਤਾ ਜਾਵੇਗਾ। ਇਸੇ ਦਰਮਿਆਨ ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਹਰਿਆਣਾ ਦੇ ਨਾਲ ਯੂਪੀ ਦੇ ਵਿੱਚ ਤਾਂ ਵਿਰੋਧ ਹੋ ਹੀ ਰਹੇ ਨੇ। ਕਰਨਾਟਕਾ ਦੇ ਵਿੱਚ ਵੀ ਬੀਜੇਪੀ ਲੀਡਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੀ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੂੰ ਕਿਸਾਨ ਵਿਰੋਧੀ ਬਿਆਨਾਂ ਦੇ ਲਈ ਕਰਨਾਟਕਾ ਦੇ ਕਿਸਾਨਾਂ ਦਾ ਸਾਹਮਣਾ ਕਰਨਾ ਪਿਆ। ਹੋਰ ਮੰਤਰੀਆਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਹਰਿਆਣਾ ਦੇ ਵਿੱਚ ਤਾਂ ਲਗਾਤਾਰ ਹੀ ਅਜਿਹੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤੇ ਸਿੰਘੂ ਬਾਰਡਰ ਤੋਂ ਇੱਕ ਉਦਾਸ ਕਰਨ ਵਾਲੀ ਖਬਰ ਵੀ ਆ ਰਹੀ ਹੈ, ਕਿਉਂਕਿ ਇੱਥੇ ਪੱਕਾ ਮੋਰਚਾ ਜਿਹੜਾ ਚੱਲ ਰਿਹਾ ਹੈ। 264ਵੇਂ ਦਿਨ ਮੋਰਚੇ ਦੇ 70 ਸਾਲ ਦੇ ਕਿਸਾਨ ਮਹਿਲ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ਰੀਂਵਾਲਾ ਦੇ ਰਹਿਣ ਵਾਲੇ ਸੀ। ਉਹਨਾਂ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੇ ਸਾਥੀ ਕਿਸਾਨ ਦੀ ਮੌਤ ਨੂੰ ਸ਼ਹੀਦੀ ਕਰਾਰ ਦਿੱਤਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਲਈ, ਸ਼ਹੀਦ ਦੇ ਪਰਿਵਾਰ ਦੇ ਲਈ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਸਾਰਾ ਕਰਜ਼ਾ ਖਤਮ ਕਰਨ ਦੀ ਮੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੀ ਹੈ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਮਿਸ਼ਨ ਪੰਜਾਬ ਦੇ ਆਪਣੇ ਬਿਆਨ ਤੋਂ ਥੋੜਾ ਜਿਹਾ ਪਿੱਛੇ ਹਟ ਗਏ ਨੇ। ਹੁਣ ਉਹਨੇ ਤਿੱਖੇ ਬਿਆਨ ਨਹੀਂ ਦੇ ਰਹੇ, ਪਰ ਹੁਣ ਕਿਸਾਨ ਮੋਰਚੇ ਦੇ ਵਿੱਚ ਬੜੀ ਸਰਗਰਮੀ ਦੇ ਨਾਲ ਵਿਚਰ ਰਹੇ ਨੇ। ਚੜੂਨੀ ਨੇ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਦੀ ਇੱਕ ਹੋਰ ਸਾਜ਼ਿਸ਼ ਰਚੀ ਹੈ। ਬੀਜੇਪੀ ਦੇ ਕਾਰਜਕਰਤਾ ਕਈ ਦਿਨਾਂ ਤੋਂ ਪਿੰਡਾਂ ਵਿੱਚ ਜਾ ਕੇ ਅਨਾਜ ਦੀਆਂ ਥੈਲੀਆਂ ਵੰਡ ਰਹੇ ਨੇ ਤੇ ਥੈਲੀਆਂ ਤੇ ਮੋਦੀ ਦੀ ਫੋਟੋ ਲੱਗੀ ਹੋਈ ਹੈ। ਚੜੂਨੀ ਨੇ ਕਿਹਾ ਕਿ ਬੀਜੇਪੀ ਦਾ ਕੋਈ ਅਧਿਕਾਰ ਨਹੀਂ ਕਿ ਉਹ ਸਰਕਾਰੀ ਅਨਾਜ ਪਿੰਡਾਂ ਵਿੱਚ ਵੰਡੇ ਤੇ ਅਨਾਜ ਦੀ ਆੜ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦਾ ਕੋਈ ਅਧਿਕਾਰ ਬੀਜੇਪੀ ਨੂੰ ਨਹੀਂ ਹੈ। ਕਈ ਥਾਵਾਂ ਤੇ ਕਹਿੰਦੇ ਸਾਡੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਥਾਵਾਂ ਤੇ ਉਹ ਥੈਲੀਆਂ ਨੇ ਜਿਹੜੀਆਂ ਅੰਨ ਦੀਆਂ ਉਹ ਸਾੜੀਆਂ ਜਾ ਰਹੀਆਂ ਨੇ। ਚੜੂਨੀ ਨੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਬੀਜੇਪੀ ਦੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਲੜਵਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾਵੇ। ਚੜੂਨੀ ਨੇ ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਅਨਾਜ ਉਹ ਸਰਕਾਰ ਤੋਂ ਲੈ ਰਹੇ ਨੇ ਉਹ ਬੀਜੇਪੀ ਦੇ ਵੱਲੋਂ ਜਿਹੜੀਆਂ ਥੈਲੀਆਂ ਵੰਡੀਆਂ ਜਾਂਦੀਆਂ ਨੇ ਉਹਨਾਂ ਵਿੱਚੋਂ ਅੰਨ ਬੇਸ਼ੱਕ ਜ਼ਰੂਰ ਲੈ ਲੈਣ, ਪਰ ਉਹ ਥੈਲੀਆਂ ਨੇ ਜਿਹੜੀਆਂ ਉਹ ਵਾਪਸ ਮੋੜ ਦੇਣ, ਆਪਣੀਆਂ ਥੈਲੀਆਂ ਦੇ ਵਿੱਚ ਪਵਾ ਲੈਣ ਤੇ ਅਜਿਹਾ ਕਰਕੇ ਉਹ ਸਾਡੇ ਸੰਘਰਸ਼ ਦਾ ਸਾਥ ਹੈ ਜਿਹੜਾ ਉਹ ਜ਼ਰੂਰ ਜਿਹੜਾ ਹੈਗਾ ਦੇਣ। ਜਾਂ ਉਹਨਾਂ ਨੇ ਕਿਹਾ ਕਿ ਥੈਲੀਆਂ ਨੂੰ ਸਾੜ ਦੇਣ, ਪਰ ਕਣਕ ਹੈ ਜਿਹੜੀ ਉਹ ਮਜ਼ਦੂਰਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ, ਅਨਾਜ ਜਿਹੜਾ ਉਹ ਜ਼ਰੂਰ ਪਹੁੰਚਣਾ ਚਾਹੀਦਾ ਹੈ, ਪਰ ਥੈਲੀਆਂ ਜਾਂ ਵਾਪਸ ਮੋੜੋ ਜਾਂ ਸਾੜ ਦਿਓ। ਤੇ ਨਾਲ ਹੀ ਚੜੂਨੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ 20 ਅਗਸਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਾਹਨਾਂ ਦੇ ਵਿੱਚ ਸਵਾਰ ਕਿਸਾਨਾਂ ਦਾ ਵੱਡਾ ਜਥਾ ਸਿੰਘੂ ਬਾਰਡਰ ਦੇ ਲਈ ਰਵਾਨਾ ਹੋਵੇਗਾ। ਸਵੇਰੇ 9 ਵਜੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇਗਾ। ਸਾਰੇ ਕਿਸਾਨਾਂ ਨੂੰ ਚੜੂਨੀ ਨੇ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੋ ਕੇ ਦਿੱਲੀ ਪਹੁੰਚਣ। तौर सामने आई है कि बीजेपी ने किसानों और मजदूरों को आपस में लड़वाने का एक और षड्यंत्र रचा है कि वो गेहूं की थैलियां, छोटी छोटी थैलियां गेहूं की बांट रहे हैं और उस पे मोदी जी की फोटो उन्होंने लगा दी है। तो जानबूझकर उनको पता है कि किसान विरोध करेंगे, मजदूर कहेंगे किसान हमारा गेहूं रोकते हैं। हालांकि वो हमें इस तरह से छोटे छोटे लालच में दे के वोट हथियाना चाहते हैं और अपनी एडवर्टाइजमेंट करना चाहते हैं। और वो सरकारी थैलियां हैं, सरकारी थैलियों पर इस तरह से फोटो लगाना ही गलत है, इस तरह से एडवर्टाइजमेंट करना ही गलत है। कई जगह हमारे लोगों ने विरोध करना शुरू कर दिया है और कई जगह वो थैलियां जलानी शुरू कर दी हैं। तो साथियों, मेरा अनुरोध ये है कि हमें आपस में मजदूर और किसान, हम एक ही गांव के रहने वाले, एक ही तरह पढ़ने वाले लोग हैं, हम सब की एक ही तरह की जीवन शैली है। हमारी जो लड़ाई है वो पूंजीपतियों के खिलाफ है और सरकार के खिलाफ है। हमने आपस में नहीं लड़ना है। तो उसमें एक तो मेरा अनुरोध ये है कि कई जगह बीजेपी वाले अपने नंबर बनाने के लिए वो थैलियां बांटने जा रहे हैं।
जहां वो थैलियां बांटने जा रहे हैं, क्योंकि वो बीजेपी नहीं बांट रही है, वो सरकार बांट रही है। बीजेपी अपने घर से, अपने फंड से नहीं दे रही है, सरकार दे रही है। और अगर बीजेपी वाले इस तरह से जाके करते हैं तो उनका विरोध करें। ਮਹਾਰਾਸ਼ਟਰ ਤੋਂ ਖਬਰ ਹੈ ਜਿੱਥੋਂ ਦੀ ਸਿੱਖ ਸੰਗਤ ਨੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੇ ਹੱਕ ਵਿੱਚ ਨਿੱਤਰਦਿਆਂ ਕੇਂਦਰੀ ਪੰਚਾਇਤੀ ਰਾਜ ਮੰਤਰੀ ਕਪਿਲ ਮੁਰੇਸ਼ਵਰ ਪਾਟਿਲ ਦੇ ਰਾਹੀਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਖੇਤੀ ਸੰਬੰਧੀ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਮੁੰਬਈ ਦੇ ਸਿੱਖ ਸੰਗਤਾਂ ਦੇ ਇੱਕ ਵਫਦ ਨੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਮੋਦੀ ਸਰਕਾਰ ਵੱਲੋਂ ਜਿਹੜੇ ਨਿਯੁਕਤ ਕੀਤੇ ਗਏ ਪੰਚਾਇਤੀ ਰਾਜ ਮੰਤਰੀ ਕਪਿਲ ਮੁਰੇਸ਼ਵਰ ਪਾਟਿਲ ਦੇ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਤੱਕ ਪਹੁੰਚਾਉਣ ਦੇ ਲਈ ਆਪਣਾ ਮੰਗ ਪੱਤਰ ਵੀ ਸੌਂਪਿਆ। ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਦੇ ਵਿਰੁੱਧ ਬੀਜੇਪੀ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਦਿੱਲੀ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਨੇੜੇ ਧਰਨਾ ਦਿੱਤਾ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਯੁਵਾ ਮੋਰਚਾ, ਪੂਰਵਾਂਚਲ ਮੋਰਚਾ ਤੇ ਸਿੱਖ ਸੈੱਲ ਦੇ ਆਗੂਆਂ ਤੇ ਵਰਕਰਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਮਾਫੀ ਦੀ ਮੰਗ ਕੀਤੀ ਕਿ ਇਸ ਕਾਰੇ ਦੇ ਲਈ ਇਮਰਾਨ ਖਾਨ ਮਾਫੀ ਮੰਗਣ। ਡਿਪਲੋਮੈਟਿਕ ਐਨਕਲੇਵ ਚਾਣਕਿਆਪੁਰੀ ਦੇ 3 ਮੂਰਤੀ ਇਲਾਕੇ ਦੇ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਪਾਕਿਸਤਾਨ ਹਾਈ ਕਮਿਸ਼ਨ ਕੰਪਲੈਕਸ ਦੇ ਕੋਲ ਬੈਰੀਕੇਡ ਲਾ ਕੇ ਰੋਕ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੁੱਧਵਾਰ ਤੋਂ ਆਪਣੀ 100 ਦਿਨਾਂ ਪੰਜਾਬ ਯਾਤਰਾ ਦਾ ਆਗਾਜ਼ ਕੀਤਾ, ਪਰ ਪਹਿਲੇ ਦਿਨ ਹੀ ਪੰਜਾਬੀਆਂ ਨੇ ਉਹਨਾਂ ਦੀ ਝੋਲੀ ਵਿਰੋਧ ਦੇ ਨਾਲ ਭਰ ਦਿੱਤੀ। ਸੁਖਬੀਰ ਬਾਦਲ ਨੇ ਆਪਣੇ ਇਸ ਦੌਰੇ ਦਾ ਆਗਾਜ਼ ਹਲਕਾ ਜ਼ੀਰਾ ਤੋਂ ਕੀਤਾ, ਪਰ ਇਸ ਦੇ ਨਾਲ ਹੀ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਤੇ ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦਾ ਵੀ ਪੰਜਾਬ ਦੇ ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਦੇ ਵਿੱਚ ਵਿਰੋਧ ਹੈ ਜਿਹੜਾ ਉਹ ਹੋ ਚੁੱਕਿਆ। ਸੁਖਬੀਰ ਬਾਦਲ ਜ਼ੀਰਾ ਪਹੁੰਚੇ, ਉੱਥੇ ਮੌਜੂਦ ਕਿਸਾਨਾਂ ਨੇ ਉਹਨਾਂ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਾਅਰੇਬਾਜ਼ੀ ਕੀਤੀ, ਕਾਲੇ ਝੰਡੇ ਦਿਖਾ ਕੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ। ਸੁਖਬੀਰ ਬਾਦਲ ਨੇ ਇਸ ਵਿਰੋਧ ਤੇ ਬੋਲਦਿਆਂ ਕਿਹਾ ਕਿ ਇਹ ਲੋਕ ਕਿਸਾਨ ਨਹੀਂ ਬਲਕਿ ਕਾਂਗਰਸ ਦੇ ਵੱਲੋਂ ਭੇਜੇ ਗਏ ਕੁਝ ਲੋਕ ਨੇ। ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਭਾਰੀ ਫੋਰਸ ਵੀ ਤਾਇਨਾਤ ਕੀਤੀ ਗਈ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ 4 ਸਲਾਹਕਾਰ ਨਿਯੁਕਤ ਕਰਨ ਤੋਂ ਬਾਅਦ ਐਲਾਨ ਕਰਨ ਤੋਂ ਬਾਅਦ 2 ਹੋਰ ਸਲਾਹਕਾਰਾਂ ਦਾ ਐਲਾਨ ਜਦੋਂ ਕੀਤਾ ਤਾਂ ਇੱਕ ਟੀਵੀ ਪੱਤਰਕਾਰ ਜਗਤਾਰ ਭੁੱਲਰ ਨੇ ਇਸ ਤੇ ਸਪਸ਼ਟੀਕਰਨ ਦਿੱਤਾ। ਭੁੱਲਰ ਨੇ ਕਿਹਾ ਕਿ ਮੈਂ ਕਿਸੇ ਨਵਜੋਤ ਸਿੰਘ ਸਿੱਧੂ ਜਾਂ ਕਿਸੇ ਹੋਰ ਲੀਡਰ ਦਾ ਮੀਡੀਆ ਐਡਵਾਈਜ਼ਰ ਨਹੀਂ ਹਾਂ ਤੇ ਨਾ ਹੀ ਮੇਰੀ ਕੋਈ ਬਣਨ ਦੀ ਇੱਛਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਨੋਟੀਫਿਕੇਸ਼ਨ ਦਾ ਸਪਸ਼ਟੀਕਰਨ ਦਿੰਦਿਆਂ ਭੁੱਲਰ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਮੇਰਾ ਨਾਮ ਜਿਹੜਾ ਦਰਜ ਕੀਤਾ ਗਿਆ ਹੈ ਉਹ ਸ਼ਾਇਦ ਗਲਤੀ ਦੇ ਨਾਲ ਹੋਵੇਗਾ, ਮੈਂ ਕਿਸੇ ਦਾ ਵੀ ਮੀਡੀਆ ਐਡਵਾਈਜ਼ਰ ਨਹੀਂ ਹਾਂ। ਦਰਅਸਲ ਨਵਜੋਤ ਸਿੰਘ ਸਿੱਧੂ ਨੇ 2 ਮੀਡੀਆ ਐਡਵਾਈਜ਼ਰ ਨਿਯੁਕਤ ਕੀਤੇ। ਨੋਟੀਫਿਕੇਸ਼ਨ ਦੇ ਵਿੱਚ ਪਹਿਲਾਂ ਜਗਤਾਰ ਭੁੱਲਰ ਦਾ ਨਾਮ ਦਰਜ ਸੀ, ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਤੇ ਮੀਡੀਆ ਦੇ ਵਿੱਚ ਬ੍ਰੇਕਿੰਗ ਨਿਊਜ਼ ਵੀ ਚਲਾ ਦਿੱਤੀਆਂ ਗਈਆਂ। ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਇਸ ਨੋਟੀਫਿਕੇਸ਼ਨ ਨੂੰ ਅਪਡੇਟ ਕੀਤਾ ਜਿਸ ਦੇ ਵਿੱਚ ਜਗਤਾਰ ਭੁੱਲਰ ਦੀ ਥਾਂ ਜਗਤਾਰ ਸਿੱਧੂ ਦਾ ਨਾਮ ਲਿਖਿਆ ਹੋਇਆ ਸੀ। ਪਹਿਲੇ ਨੋਟੀਫਿਕੇਸ਼ਨ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜਦੋਂ ਜਗਤਾਰ ਭੁੱਲਰ ਨੂੰ ਵਧਾਈਆਂ ਮਿਲਣ ਲੱਗੀਆਂ ਤਾਂ ਜਗਤਾਰ ਭੁੱਲਰ ਨੇ ਇਹ ਸਪਸ਼ਟੀਕਰਨ ਦਿੱਤਾ। ਇਸ ਤੋਂ ਪਹਿਲਾਂ ਜਿਹੜੇ 4 ਜਿਹੜੇ ਸਲਾਹਕਾਰ ਨਿਯੁਕਤ ਕੀਤੇ ਗਏ ਨੇ ਨਵਜੋਤ ਸਿੰਘ ਸਿੱਧੂ ਵੱਲੋਂ, ਉਹਨਾਂ ਦੇ ਵਿੱਚੋਂ ਇੱਕ ਸਲਾਹਕਾਰ ਨੇ ਵੀ ਸਿੱਧੂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਇਲਜ਼ਾਮ ਲਾਏ ਨੇ ਕਿ ਹਸਪਤਾਲਾਂ ਦੇ ਵਿੱਚ 1 ਮਹੀਨੇ ਤੋਂ ਏਸੀ ਬੰਦ ਪਏ ਨੇ, ਮਰੀਜ਼ ਐਮਰਜੈਂਸੀ ਦੇ ਵਿੱਚ ਤੜਫ ਰਹੇ ਨੇ। ਫਰੀਦਕੋਟ ਮੈਡੀਕਲ ਦੀ ਮੈਡੀਕਲ ਅਥਾਰਟੀ ਮੈਡੀਕਲ ਅਫਸਰਾਂ ਨੂੰ ਚੇਤਾਵਨੀ ਦਿੰਦਿਆਂ ਸੰਧਵਾ ਨੇ ਕਿਹਾ ਕਿ ਜੇ ਕੱਲ ਤੱਕ ਇਹਨਾਂ ਹਸਪਤਾਲਾਂ ਦੇ ਵਿੱਚ ਏਸੀ ਨਾ ਚੱਲੇ ਤਾਂ ਉਹਨਾਂ ਦੇ ਘਰਾਂ ਦੇ ਏਸੀ ਕਨੈਕਸ਼ਨ ਅਸੀਂ ਕੱਟ ਦਿਆਂਗੇ। ਦਰਅਸਲ ਸੰਧਵਾ ਨੇ ਫਰੀਦਕੋਟ ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਸੀ ਜਿੱਥੇ ਇੱਕ ਵੀ ਏਸੀ ਚੱਲ ਨਹੀਂ ਰਿਹਾ ਸੀ। ਹਸਪਤਾਲ ਦੇ ਵਿੱਚ ਗਰਮੀ ਨਾਲ ਪੂਰੀ ਹੁਮਸ ਮੱਚੀ ਹੋਈ ਸੀ ਤੇ ਸੰਧਵਾ ਨੇ ਦੱਸਿਆ ਕਿ ਉੱਥੇ ਤੰਦਰੁਸਤ ਬੰਦਾ ਵੀ ਬਿਮਾਰ ਹੋ ਜਾਊਗਾ, ਇਹੋ ਜਿਹੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ। ਤੇ ਇਸੇ ਦਰਮਿਆਨ ਆਮ ਆਦਮੀ ਪਾਰਟੀ ਆਪਣੀ ਪਾਰਟੀ ਦਾ ਖੇਮਾ ਵਧਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜੁਟੀ ਹੋਈ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਅਤੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਇੰਚਾਰਜ ਚੰਦਰਮੁਖੀ ਸ਼ਰਮਾ ਨੇ ਕਾਂਗਰਸ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਸੈਂਕੜੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾ ਕੇ ਰਾਜਧਾਨੀ ਅੰਦਰ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ। ਇਹ ਤਾਜ਼ਾ ਖਬਰ ਹੈ। ਪ੍ਰਦੀਪ ਛਾਬੜਾ ਅਤੇ ਚੰਦਰਮੁਖੀ ਸ਼ਰਮਾ
ਨੇ ਮਿਲ ਕੇ ਕਈ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਨੂੰ ਹੁੰਜਾ ਮਾਰ ਕੇ ਆਮ ਆਦਮੀ ਪਾਰਟੀ ਦੇ ਵਿੱਚ ਰੱਖ ਦਿੱਤਾ ਹੈ ਤੇ ਚੰਡੀਗੜ੍ਹ ਨਗਰ ਨਿਗਮ ਚੋਣ ਤੋਂ ਪਹਿਲਾਂ ਚੰਡੀਗੜ੍ਹ ਕਾਂਗਰਸ ਦੇ ਲਈ ਇਸ ਨੂੰ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਲਜ਼ਾਮ ਲਾਏ ਗਏ ਨੇ ਕਿ ਮੋਹਾਲੀ ਜ਼ਿਲ੍ਹੇ ਦੇ 3 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਦੱਬਣ ਦੇ ਲਈ ਪੰਜਾਬ ਦੇ ਹੀ ਕੁਝ ਮੰਤਰੀ ਨੇ ਜਿਹੜੇ ਕਾਲੇ ਪਏ ਹੋਏ ਨੇ। ਪੰਜਾਬ ਅਗੇਂਸਟ ਕਰਪਸ਼ਨ ਅਤੇ 3 ਪਿੰਡਾਂ ਦੇ ਵਾਸੀਆਂ ਨੇ ਰਲ ਕੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਤੋਂ ਪਹਿਲਾਂ ਮੋਹਾਲੀ ਦੀ ਵੱਖੀ ਵਿੱਚ ਪੈਂਦੇ ਪਿੰਡ ਬਲੌਂਗੀ ਦੇ ਵਿੱਚ ਵੀ ਕੈਪਟਨ ਦੀ ਕੈਬਨਿਟ ਦੇ ਇੱਕ ਮੰਤਰੀ ਜਿਨ੍ਹਾਂ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਕਿਹਾ ਜਾਂਦਾ ਹੈ, ਉਹਨਾਂ ਵੱਲੋਂ 250 ਕਰੋੜ ਦੀ ਜ਼ਮੀਨ ਤੇ ਆਨੇ-ਬਹਾਨੇ ਕਬਜ਼ਾ ਕਰਨ ਦੇ ਦੋਸ਼ ਲੱਗੇ ਸੀ ਤੇ ਹੁਣ ਬਲੌਂਗੀ ਦੇ ਨਾਲ ਦਾਊ ਤੇ ਚੰਦਪੁਰ ਪਿੰਡਾਂ ਦੀ 400 ਕਰੋੜ ਰੁਪਏ ਜ਼ਮੀਨ ਦੱਬਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ। 2014 ਦੇ ਵਿੱਚ ਜਿਹੜੀ 13 ਤੋਂ ਬਾਅਦ ਪੰਚਾਇਤ ਬਣੀ ਹੈ 18 ਤੱਕ, ਇਹਨਾਂ ਨੇ ਸ਼ਾਮਲਾਤ ਜ਼ਮੀਨ ਦੀ ਜਿਹੜੀ ਫਰਦ ਸੀਗੀ ਉਹਦੇ ਵਿੱਚ ਇੱਕ ਟੈਂਪਰਿੰਗ ਕਰ ਲਈ। ਟੈਂਪਰਿੰਗ ਦੇ ਵਿੱਚ ਕੀ ਲਾਈਨ ਲਿਖੀ ਹੈ? 2 ਘੰਟੇ ਬਾਅਦ ਟੈਂਪਰਿੰਗ ਕੀਤੀ ਗਈ। ਉਹਦੇ ਵਿੱਚ ਲਿਖਿਆ ਗਿਆ ਸਿਰਫ 2 ਲਾਈਨਾਂ, ਰਾਫਟ ਨੰਬਰ 28 ਮਿਤੀ 26/9/14 ਅਨੁਸਾਰ ਗਿਰਦਾਵਰੀ ਦਰੁਸਤ ਕਰਕੇ ਗ੍ਰਾਮ ਪੰਚਾਇਤ ਦੇ ਨਾਂ ਹੋ ਚੁੱਕੀ ਹੈ। ਇਹੀ ਲਾਈਨ ਦੂਜੇ ਦਿਨ ਕੱਟ ਦਿੱਤੀ। ਇਸੇ ਇੱਕ ਲਾਈਨ ਦੇ ਆਧਾਰ ਤੇ 97 ਲੱਖ ਰੁਪਇਆ ਉਹਨਾਂ ਨੇ ਇੱਕੋ ਦਿਨ ਵਿੱਚ ਪੰਚਾਇਤ ਨੇ ਖਜ਼ਾਨੇ ਚੋਂ ਕਢਾ ਲਿਆ। ਸੁਰਿੰਦਰਪਾਲ ਸੈਕਟਰੀ ਨੇ ਆਪ ਖੁਦ ਇੱਕ 2.5 ਏਕੜ ਜ਼ਮੀਨ ਬਲੈਂਡ ਇੰਸਟੀਚਿਊਟ ਨੂੰ ਦੇਤੀ 33 ਸਾਲਾ ਲੀਜ਼ ਦੇ ਲਈ ਸਿਰਫ 1 ਲੱਖ ਰੁਪਏ 'ਚ। ਉਸ ਜ਼ਮੀਨ ਦੇ ਵਿੱਚ ਪਹਿਲਾਂ ਹੀ ਇੱਕ ਟਿਊਬਵੈਲ ਲੱਗਿਆ ਹੋਇਆ ਜਿਹੜੇ ਤੇ 5 ਲੱਖ ਰੁਪਇਆ ਖਰਚਾ ਦਿਖਾਇਆ ਹੋਇਆ ਇਹਨਾਂ ਨੇ ਤੇ ਮਕਾਨ ਦਾ ਖਰਚਾ ਅਲੱਗ ਦਿਖਾਇਆ ਹੋਇਆ, ਉਹ ਵੀ ਉਹਨੂੰ ਵਿੱਚ ਲਿਖਤਾ ਵੀ ਇਹਨਾਂ ਨੂੰ ਜੇ ਇਸ ਕਨੈਕਸ਼ਨ ਲੈਣੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਮੰਗ ਕਰਾਂਗੇ ਬਲਾਈਂਡ ਇੰਸਟੀਚਿਊਟ ਕਿਹੜੇ ਮੰਤਰੀ ਦੀ ਹੈ ਜਾਂਚ ਕਰਕੇ ਪਤਾ ਲਗਾਇਆ ਜਾਵੇ। ਇਹ ਗਊਸ਼ਾਲਾ ਦੇ ਤੌਰ ਤੇ ਬਲਾਈਂਡ ਇੰਸਟੀਚਿਊਟ ਹੈ। 10 ਏਕੜ ਜ਼ਮੀਨ ਬਲਵੀਰ ਸਿੰਘ ਸਿੱਧੂ ਜੀ ਦੀ ਐਨਜੀਓ ਨੇ ਹੜੱਪੀ ਹੈ। ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ 86 ਏਕੜ ਜ਼ਮੀਨ ਹੜੱਪਣ ਦੀਆਂ ਕੋਸ਼ਿਸ਼ਾਂ ਤੁਸੀਂ ਦੇਖਦੇ ਹੋ ਸਰਕਾਰੀ। ਇਹ 3 ਪਿੰਡਾਂ ਦੀ ਗੱਲ ਨਹੀਂ, ਸਾਡੀ ਐਨਜੀਓ ਦੇ ਸੰਪਰਕ 'ਚ ਇਸ ਮੋਹਾਲੀ ਜ਼ਿਲ੍ਹੇ ਦੇ ਘੱਟੋ ਘੱਟ 10 ਪਿੰਡ ਸੰਪਰਕ ਕਰ ਚੁੱਕੇ ਹੈ। ਪੂਰਾ ਇੱਕ ਲੈਂਡ ਮਾਫੀਆ ਆਰਗੇਨਾਈਜ਼ ਤਰੀਕੇ ਨਾਲ ਭੂ ਮਾਫੀਆ ਵੱਲੋਂ ਚਲਾਇਆ ਜਾ ਰਿਹਾ। ਮੈਂ ਫਿਰ ਕਹਿੰਦਾ ਭੂ ਮਾਫੀਆ 'ਚ ਸਾਬਕਾ ਮੰਤਰੀ, ਮੌਜੂਦਾ ਮੰਤਰੀ, ਹਰ ਤਰ੍ਹਾਂ ਦੇ ਅਫਸਰ, ਪੰਚਾਇਤ ਸੈਕਟਰੀ ਤੋਂ ਲੈ ਕੇ ਡਾਇਰੈਕਟਰ ਪੰਚਾਇਤ ਤੱਕ ਇਹ ਸਾਰੇ ਇਨਵੋਲਵ ਹੈ। ਤੇ ਇਸ ਮਾਮਲੇ ਦੇ ਵਿੱਚ ਇੱਕ ਪਿੰਡ ਦੇ ਹੀ ਸਰਪੰਚ ਤੇ ਇਲਜ਼ਾਮ ਲੱਗੇ ਨੇ ਕਿ ਉਸ ਸਰਪੰਚ ਨੇ ਆਪਣੇ ਜਿਹੜੇ ਵੱਡੇ ਆਕਾ ਹੈਗੇ ਨੇ, ਲੀਡਰ ਹੈਗੇ ਨੇ, ਉਹਨਾਂ ਦੇ ਨਾਲ ਮਿਲ ਕੇ ਪਿੰਡ ਦੀ ਜ਼ਮੀਨ ਹੜੱਪਣ ਦੇ ਵਿੱਚ ਕਾਫੀ ਮੋਹਰੀ ਜਿਹੜਾ ਆਪਣਾ ਰੋਲ ਨਿਭਾਇਆ ਹੈ ਤੇ ਇਸੇ ਕਰਕੇ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਜ਼ਮੀਨਾਂ ਹੁੰਦੀਆਂ ਨੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਹੋਣ ਜਾਂ ਜਿਹੜੀਆਂ ਸਾਂਝੀਆਂ ਜ਼ਮੀਨਾਂ ਹੈਗੀਆਂ ਨੇ ਉਹਨਾਂ ਜ਼ਮੀਨਾਂ ਨੂੰ ਹੜੱਪਣ ਦੇ ਵਿੱਚ ਪਿੰਡ ਦੇ ਸਰਪੰਚ ਤੋਂ ਲੈ ਕੇ ਮੰਤਰੀ ਤੱਕ ਜਿਹੜੇ ਲੋਕ ਹੈਗੇ ਨੇ ਉਹ ਲਾਲਾਂ ਸਿੱਟਦੇ ਨੇ ਤੇ ਅਜਿਹੇ ਕੰਮ ਜਿਹੜੇ ਕਰਦੇ ਨੇ, ਦੱਬਣ ਦੇ ਕੰਮ ਨੇ ਜਿਹੜੇ ਉਹ ਕੀਤੇ ਜਾਂਦੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੁਲਾਜ਼ਮਾਂ ਦੇ ਮੈਡੀਕਲ ਛੁੱਟੀ ਲੈਣ ਸੰਬੰਧੀ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਛੁੱਟੀ ਲੈਣ ਵੇਲੇ 3 ਹਸਪਤਾਲਾਂ ਦੇ ਡਾਕਟਰਾਂ ਵੱਲੋਂ ਦਿੱਤੇ ਗਏ ਮੈਡੀਕਲ ਸਰਟੀਫਿਕੇਟ ਦੇ ਆਧਾਰ ਤੇ ਹੀ ਛੁੱਟੀ ਦਿੱਤੀ ਜਾਏਗੀ। ਯਾਨੀ ਕਿ ਮੈਡੀਕਲ ਲੀਵ ਦੇ ਨਾਲ ਸਿਰਫ 3 ਹਸਪਤਾਲਾਂ ਦੇ ਡਾਕਟਰਾਂ ਦੇ ਜਿਹੜੇ ਮੈਡੀਕਲ ਸਰਟੀਫਿਕੇਟ ਹੀ ਮਨਜ਼ੂਰ ਕੀਤੇ ਜਾਣਗੇ। ਚਿੱਠੀ ਵਿੱਚ ਕਿਹਾ ਗਿਆ ਕਿ ਸਹਾਇਕ ਸਕੱਤਰ 12ਵੀਂ, ਸਹਾਇਕ ਸਕੱਤਰ ਕੰਡਕਟ ਸ਼ਾਖਾ ਤੇ ਸਾਰੇ ਸੁਪਰਡੈਂਟਸ ਨੂੰ ਵੀ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਜੇਕਰ ਉਹਨਾਂ ਅਧੀਨ ਕੰਮ ਕਰਦੇ ਕਿਸੇ ਵੀ ਕਰਮਚਾਰੀ ਜਾਂ ਉਹਨਾਂ ਦੇ ਵੱਲੋਂ ਮੈਡੀਕਲ ਛੁੱਟੀ ਭੇਜੀ ਜਾਂਦੀ ਹੈ, ਅਰਜ਼ੀ ਭੇਜੀ ਜਾਂਦੀ ਹੈ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੈਡੀਕਲ ਛੁੱਟੀ ਕੇਵਲ ਤੇ ਕੇਵਲ ਸਰਕਾਰੀ ਹਸਪਤਾਲ ਦੇ ਸੀਐਮਓ, ਸਿਵਲ ਹਸਪਤਾਲ, ਸਿਵਲ ਸਰਜਨ ਜਾਂ ਫੋਰਟਿਸ ਅਤੇ ਮੈਕਸ ਦੇ ਡਾਕਟਰ ਤੋਂ ਤਸਦੀਕ ਕਰਵਾਉਣ ਤੋਂ ਬਾਅਦ ਹੀ ਪ੍ਰਵਾਨ ਕੀਤੀ ਜਾਵੇ। ਸੋ ਇਹ ਵੱਡਾ ਹੁਕਮ ਹੈ ਜਿਹੜਾ ਉਹ ਚਾੜਿਆ ਗਿਆ ਹੈ। ਇਸ ਤੇ ਅਧਿਆਪਕਾਂ ਦਾ ਕੀ ਰਿਐਕਸ਼ਨ ਆਏਗਾ ਆਪਾਂ ਸਮਝ ਸਕਦੇ ਹਾਂ। ਕਰੋਨਾ ਦੀ ਤੀਸਰੀ ਸੰਭਾਵੀ ਲਹਿਰ ਦੀ ਪੂਰੀ ਚਰਚਾ ਚੱਲ ਰਹੀ ਹੈ ਤੇ ਇਸ ਸੰਭਾਵੀ ਲਹਿਰ ਤੋਂ ਬੱਚਿਆਂ ਨੂੰ ਜ਼ਿਆਦਾ ਖਤਰਾ ਕਈ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਇਸ ਲਈ ਪੰਜਾਬ ਦੇ ਵਿੱਚ ਸੀਰੋ ਸਰਵੇ ਕਰਵਾਇਆ ਗਿਆ। ਜੁਲਾਈ ਮਹੀਨੇ ਦੌਰਾਨ ਕੀਤੇ ਗਏ ਸੀਰੋ ਸਰਵੇ ਦੀ ਮੁੱਢਲੀ ਜਾਂਚ ਵਿੱਚ 58% ਬੱਚਿਆਂ ਦੇ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ ਨੇ। ਪੰਜਾਬ ਦੇ 58% ਬੱਚੇ। ਪੰਜਾਬ ਸਰਕਾਰ ਨੇ 6 ਤੋਂ 17 ਸਾਲ ਉਮਰ ਵਰਗ ਦੇ ਬੱਚਿਆਂ ਦੇ ਉੱਤੇ ਇਹ ਸਰਵੇ ਕੀਤਾ ਸੀ। ਹਾਲਾਂਕਿ ਇਹਦੀ ਅੰਤਿਮ ਰਿਪੋਰਟ ਤਿਆਰ ਨਹੀਂ ਕੀਤੀ ਗਈ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਬੱਚੇ ਨੇ ਜਿਹੜੇ ਉਹ ਸਭ ਤੋਂ ਵੱਧ ਕਮਜ਼ੋਰ ਪਾਏ ਗਏ ਨੇ। ਸਰਵੇ ਦੇ ਵਿੱਚ ਮੁੱਢਲੀ ਜਾਂਚ ਵਿੱਚ ਮੋਗਾ ਜ਼ਿਲ੍ਹੇ ਦੇ ਬੱਚਿਆਂ ਵਿੱਚ ਸਭ ਤੋਂ ਵੱਧ ਐਂਟੀਬਾਡੀਜ਼ ਪਾਏ ਗਏ ਨੇ 82% ਬੱਚਿਆਂ ਦੇ ਵਿੱਚ। ਸਭ ਤੋਂ ਘੱਟ ਪਟਿਆਲਾ ਜ਼ਿਲ੍ਹੇ ਦੇ ਬੱਚਿਆਂ ਵਿੱਚ 16% ਐਂਟੀਬਾਡੀਜ਼ ਹੀ ਪਾਈਆਂ ਗਈਆਂ ਨੇ। ਅੰਮ੍ਰਿਤਸਰ ਦੇ ਵਿੱਚ ਕਸਟਮ ਵਿਭਾਗ ਤੋਂ ਸੇਵਾ ਮੁਕਤ ਹੋਏ ਸਨਿਫਰ ਡੌਗ ਅਰਜਨ ਦੇ ਲਈ ਕਸਟਮ ਵਿਭਾਗ ਨੇ ਵੱਡਾ ਐਲਾਨ ਕੀਤਾ। ਵਿਭਾਗ ਨੇ ਇਸ ਕੁੱਤੇ ਨੂੰ ਸਾਰੀ ਉਮਰ ਦੇਖਭਾਲ ਤੇ ਹੋਰ ਖਰਚਿਆਂ ਦੇ ਲਈ 14,000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ। ਪਿਛਲੇ ਦਿਨੀ ਖਾਲਸ ਚਰਚਾ ਦੇ ਵਿੱਚ ਵੀ ਆਪਾਂ ਇਸ ਦਾ ਜ਼ਿਕਰ ਕੀਤਾ ਸੀ ਕਿ
ਬੰਦਿਆਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਪਰ ਕੁੱਤਿਆਂ ਨੂੰ ਜਿਹੜਾ ਹੈਗਾ ਪੈਨਸ਼ਨ ਵੀ ਦਿੱਤੀ ਜਾਂਦੀ ਹੈ। ਇਹ ਕੋਈ ਮਾੜੀ ਗੱਲ ਨਹੀਂ ਹੈ, ਕੁੱਤੇ ਨੇ ਜੇ ਸੇਵਾ ਕੀਤੀ ਹੈ ਤਾਂ ਉਸ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ। ਪਰ ਜੇ ਆਪਾਂ ਜਿਹੜਾ ਹੈਗਾ ਪੈਰਲਲ ਕਰਕੇ ਦੇਖ ਲਈਏ, ਇਹ ਨਹੀਂ ਕਹਿੰਦੇ ਕਿ ਜਿਹੜੇ ਹੈਗੇ ਨੇ ਮੁਲਾਜ਼ਮ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਕਈ ਵਿਭਾਗਾਂ ਦੇ ਵਿੱਚ ਬੰਦ ਕੀਤੀ ਗਈ ਹੈ ਪਰ ਕਈਆਂ ਦੇ ਵਿੱਚ ਮਿਲਦੀ ਹੈ। ਪਰ ਇਹ ਜਿਹੜੀ ਖਬਰ ਥੋੜੀ ਦਿਲਚਸਪ ਹੈ। ਸੁਤੰਤਰਤਾ ਦਿਹਾੜੇ ਮੌਕੇ ਵਿਭਾਗ ਨੇ ਸਨਿਫਰ ਡੌਗ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ। ਬੜੇ ਸ਼ਾਨੋ ਸ਼ੌਕਤ ਦੇ ਨਾਲ ਵਿਦਾਇਗੀ ਪਾਰਟੀ ਦਿੱਤੀ ਗਈ। ਅਰਜਨ ਨੂੰ ਫੁੱਲਾਂ ਨਾਲ ਸਜੀ ਕਾਰ ਦੇ ਵਿੱਚ ਬਿਠਾਇਆ ਗਿਆ। ਕਸਟਮ ਪਾਲਿਸੀ ਦੇ ਮੁਤਾਬਿਕ ਸੁੰਘਣ ਵਾਲਾ ਕੁੱਤਾ 9 ਸਾਲ ਦੀ ਉਮਰ ਤੋਂ ਬਾਅਦ ਰਿਟਾਇਰ ਹੋ ਜਾਂਦਾ ਹੈ। ਅਰਜਨ ਦੇ ਰਿਟਾਇਰ ਹੋਣ ਤੇ ਉਹਨਾਂ ਦੇ ਹੀ ਹੈਂਡਲਰ ਮੰਗਲ ਸਿੰਘ ਨੇ ਅਰਜਨ ਨੂੰ ਗੋਦ ਲੈ ਲਿਆ। ਅਰਜਨ ਨੇ 29 ਜੂਨ 2019 ਨੂੰ ਭਾਰਤ ਪਾਕਿਸਤਾਨ ਸਰਹੱਦ ਤੇ ਅਟਾਰੀ ਏਕੀਕ੍ਰਿਤ ਚੈੱਕ ਪੋਸਟ ICP ਤੇ ਪਾਕਿਸਤਾਨ ਤੋਂ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਨੂੰ ਫੜਨ 'ਚ ਅਹਿਮ ਭੂਮਿਕਾ ਨਿਭਾਈ ਸੀ। ਇਹ 532 ਕਿਲੋਗ੍ਰਾਮ ਹੈਰੋਇਨ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਿੱਖ ਵਿਰਾਸਤਾਂ ਸੰਬੰਧੀ ਇੱਕ ਤਾਜ਼ਾ ਸਟੇਟਮੈਂਟ ਆਈ ਹੈ। ਪਟੀਸ਼ਨਕਰਤਾ ਸਿੱਖ ਸਦਭਾਵਨਾ ਦਲ ਜਥੇਬੰਦੀ ਦੇ ਵੱਲੋਂ ਦੋਸ਼ ਲਾਇਆ ਗਿਆ ਕਿ ਜਵਾਬ ਦੇ ਅਥਾਰਟੀ ਦੇ ਵੱਲੋਂ ਪੁਰਾਤਨ ਇਮਾਰਤਾਂ ਨੂੰ ਸਾਂਭਣ ਜਾਂ ਉਹਨਾਂ ਨੂੰ ਬਚਾਉਣ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ ਜਾ ਰਹੇ, ਜੋ ਰਿਸਪੋਂਡੈਂਟ ਨੰਬਰ 6 ਅਤੇ 7 ਵੱਲੋਂ ਕੀਤੀ ਜਾ ਰਹੀ ਖੁਦਾਈ ਦੌਰਾਨ ਲੱਭੀਆਂ ਗਈਆਂ ਨੇ, ਤੇ ਨਾ ਹੀ ਪੁਰਾਤਤਵ ਢਾਂਚਿਆਂ ਦੇ ਆਲੇ ਦੁਆਲੇ ਕੀਤੇ ਜਾ ਰਹੇ ਕਿਸੇ ਹੋਰ ਨਿਰਮਾਣ ਕਾਰਜ ਨੂੰ ਰੋਕਣ ਲਈ ਕੋਈ ਕਦਮ ਚੁੱਕਿਆ ਗਿਆ। ਭਾਰਤੀ ਪੁਰਾਤਤਵ ਸਰਵੇਖਣ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਇਹ ਮੰਨਿਆ ਗਿਆ ਕਿ ਅਥਾਰਟੀਆਂ ਦੇ ਵੱਲੋਂ ਅਗਲੀ ਕਾਰਵਾਈ ਨਹੀਂ ਕੀਤੀ ਗਈ। ਭਾਰਤ ਦੇ ਵਧੀਕ ਸੋਲਿਸਿਟਰ ਜਨਰਲ ਅਤੇ ਪੰਜਾਬ ਦੇ ਵਧੀਕ ਐਡੀਸ਼ਨਲ ਐਡਵੋਕੇਟ ਜਨਰਲ ਦਾ ਕਹਿਣਾ ਹੈ ਕਿ ਜੇ ਇਸ ਮਾਮਲੇ ਨੂੰ ਪਟੀਸ਼ਨਕਰਤਾ ਜਵਾਬ ਦੇ ਅਥਾਰਟੀਆਂ ਦੇ ਮੂਹਰੇ ਰੱਖਦਾ ਹੈ ਤਾਂ ਅਥਾਰਟੀਆਂ ਇਸ ਦੀ ਜਾਂਚ ਕਰਨਗੀਆਂ ਤੇ ਜੇ ਲੋੜ ਪਵੇ ਤਾਂ ਕਾਨੂੰਨ ਮੁਤਾਬਿਕ ਲੋੜੀਂਦੇ ਕਦਮ ਵੀ ਚੁੱਕੇ ਜਾਣਗੇ। ਬਠਿੰਡਾ ਦੇ ਵਿੱਚ ਤਾਇਨਾਤ ਇੱਕ ਹੌਲਦਾਰ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ। ਪੁਲਿਸ ਲਾਈਨ ਵਿੱਚ ਡਿਊਟੀ ਨਿਭਾ ਰਹੇ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਨੂੰ ਅਚਾਨਕ ਗੋਲੀ ਲੱਗੀ, ਜਿਸ ਕਾਰਨ ਉਹ ਦਮ ਤੋੜ ਗਿਆ। ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤ ਕਰਾਰ ਦੇ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਅਚਾਨਕ ਚੱਲੀ ਗੋਲੀ ਸੀ, ਕਿਸੇ ਨੇ ਚਲਾਈ ਸੀ ਜਾਂ ਫਿਰ ਖੁਦਕੁਸ਼ੀ ਹੈ। ਪੰਜਾਬ ਦੇ ਵਿੱਚ 150 ਦਰਖਤਾਂ ਨੂੰ ਵੱਢਣ ਦਾ ਮਾਮਲਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ, ਜਿਸ ਤੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਪੰਜਾਬ ਵਿੱਚ ਪੰਚਾਇਤਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਜਿਹੜੇ ਰੁੱਖ ਵੱਢੇ ਗਏ ਨੇ, ਇਹ ਮਾਮਲਾ ਹਾਈ ਕੋਰਟ 'ਚ ਪਹੁੰਚਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਦੇ ਉੱਤੇ ਕੈਪਟਨ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਲੁਧਿਆਣਾ ਦੀ ਪਰਥਾਲਾ ਪੰਚਾਇਤ ਦੀ ਜ਼ਮੀਨ ਤੇ 150 ਰੁੱਖਾਂ ਨੂੰ ਕੱਟਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਸਥਾਨਕ ਵਸਨੀਕ ਜਗਦੀਸ਼ ਨੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਕੇ ਰੁੱਖਾਂ ਦੀ ਕਟਾਈ ਦਾ ਮੁੱਦਾ ਚੁੱਕਿਆ। ਪਟੀਸ਼ਨਰ ਨੇ ਦੱਸਿਆ ਕਿ ਪਰਥਾਲਾ ਗ੍ਰਾਮ ਪੰਚਾਇਤ ਦੀ ਜ਼ਮੀਨ ਤੇ 150 ਰੁੱਖਾਂ ਦੀ ਕਟਾਈ ਲਈ 26 ਜੁਲਾਈ 2021 ਨੂੰ ਨਿਲਾਮੀ ਨੋਟਿਸ ਜਾਰੀ ਕੀਤਾ ਗਿਆ ਸੀ, ਹਾਲਾਂਕਿ ਇਸ ਨੂੰ ਬਾਅਦ ਵਿੱਚ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਟੀਸ਼ਨਰ ਨੇ ਰੁੱਖਾਂ ਦੀ ਕਟਾਈ ਰੋਕਣ ਲਈ ਮੰਗ ਪੱਤਰ ਦਿੱਤਾ ਸੀ ਪਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ। ਪਟੀਸ਼ਨਰ ਨੇ ਦੱਸਿਆ ਕਿ ਹੁਣ ਇਸ ਨੂੰ ਦੁਬਾਰਾ ਜਾਰੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਨੂੰ ਰੋਕਣ ਦੇ ਲਈ ਹਾਈ ਕੋਰਟ ਦੀ ਸ਼ਰਨ ਲੈਣੀ ਪਈ। ਪਟੀਸ਼ਨਕਰਤਾ ਨੇ ਜੋ ਦਲੀਲ ਦਿੱਤੀ, ਕਿਹਾ ਕਿ ਪੰਜਾਬ ਦੇ ਵਿੱਚ ਜੰਗਲਾਤ ਖੇਤਰ ਸਿਰਫ 3% ਜ਼ਮੀਨ ਹੈ, ਜਦਕਿ ਰਾਸ਼ਟਰੀ ਪੱਧਰ ਤੇ ਦੇਸ਼ ਦੀ 35% ਜ਼ਮੀਨ ਨੂੰ ਜੰਗਲ ਭੂਮੀ ਬਣਾਉਣ ਦਾ ਟੀਚਾ ਹੈ। ਪੰਜਾਬ ਵਿੱਚ ਪੰਚਾਇਤ ਅਤੇ BDPO ਦੀ ਮਿਲੀਭੁਗਤ ਸਦਕਾ ਰੁੱਖਾਂ ਦੀ ਨਿਲਾਮੀ ਲਗਾਤਾਰ ਜਾਰੀ ਹੈ। ਪੰਜਾਬ ਦੇ ਵਿੱਚ ਹੋਰ ਅਸਾਮੀਆਂ ਕੱਢੀਆਂ ਗਈਆਂ ਨੇ। ਸਿੱਖਿਆ ਵਿਭਾਗ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਮਾਸਟਰ ਕਾਡਰ ਦੀਆਂ ਅਸਾਮੀਆਂ ਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਨੇ। ਸਰਕਾਰ ਦੇ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ, ਬਾਰਡਰ ਏਰੀਆ ਦੇ ਵਿੱਚ ਸਾਇੰਸ ਦੀਆਂ 175, ਅੰਗਰੇਜ਼ੀ ਦੀਆਂ 121 ਤੇ ਗਣਿਤ ਵਿਸ਼ੇ ਦੀਆਂ 199 ਬੈਕਲੌਗ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਨੇ ਤੇ 3 ਸਤੰਬਰ 2021 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਘਰੇਲੂ ਰਸੋਈ ਗੈਸ ਦੇ ਵਿੱਚ ਹੋਰ ਵਾਧਾ ਹੋ ਗਿਆ। ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿੱਚ 25 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਹ ਦਰਾਂ 17 ਅਗਸਤ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ। ਦਿੱਲੀ ਵਿੱਚ ਗੈਰ ਸਬਸਿਡੀ ਵਾਲੇ 14 ਕਿਲੋ 200 ਗ੍ਰਾਮ ਵਾਲੇ ਸਿਲੰਡਰ ਦਾ ਭਾਅ ਹੁਣ 859 ਰੁਪਏ 50 ਪੈਸੇ ਹੈ। ਇਸ ਤੋਂ ਪਹਿਲਾਂ 1 ਜੁਲਾਈ ਨੂੰ LPG ਸਿਲੰਡਰ ਦੇ ਭਾਅ ਦੇ ਵਿੱਚ 25 ਰੁਪਏ 50 ਪੈਸੇ ਦਾ ਵਾਧਾ ਕੀਤਾ ਗਿਆ ਸੀ ਤੇ ਹੁਣ ਮਹਿਜ਼ 1 ਮਹੀਨੇ ਤੋਂ ਬਾਅਦ ਹੈ ਜਿਹੜਾ ਉਹ ਹੋਰ ਵਾਧਾ ਕਰ ਦਿੱਤਾ ਗਿਆ 25 ਰੁਪਏ ਦਾ। ਰਾਜਸਥਾਨ ਤੋਂ ਇੱਕ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਰਾਜਸਥਾਨ ਦੇ ਬੂੰਦੀ ਦੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਜੱਜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਜੱਜ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਝਾਰਖੰਡ ਦੇ ਧਨਬਾਦ ਦੇ ਵਿੱਚ ਜੱਜ ਦੇ ਕਥਿਤ ਕਤਲ ਤੋਂ ਬਾਅਦ ਜੱਜ ਨੂੰ ਖਤਰੇ ਦਾ ਨਵਾਂ ਮਾਮਲਾ ਇਹ ਸਾਹਮਣੇ ਆਇਆ ਹੈ। ਜੱਜ ਸੁਧੀਰ ਪਾਰਕ ਨੂੰ 10 ਅਗਸਤ ਨੂੰ ਚਿੱਠੀ ਮਿਲੀ, ਜਿਸ ਦੇ ਵਿੱਚ ਮਾਰਨ ਦੀ ਧਮਕੀ ਦਿੱਤੀ ਗਈ। ਜੱਜ ਨੇ ਇਸ ਸੰਬੰਧੀ 11 ਅਗਸਤ ਨੂੰ ਸ਼ਿਕਾਇਤ
ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਤੇ FIR ਦੇ ਵਿੱਚ ਜੱਜ ਨੇ ਦੱਸਿਆ ਕਿ ਇਸ ਧਮਕੀ ਵਾਲੀ ਚਿੱਠੀ ਵਿੱਚ ਲਿਖਿਆ ਕਿ ਜੱਜ ਸਾਹਿਬ ਅਸੀਂ ਤੁਹਾਨੂੰ 13 ਸਤੰਬਰ ਨੂੰ ਮਾਰ ਦਿਆਂਗੇ। ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਆਪਣੇ ਆਪ ਨੂੰ ਬਚਾ ਲਓ, ਪਰ ਤੁਸੀਂ ਅਜਿਹਾ ਕਰ ਨਹੀਂ ਸਕੋਗੇ। ਤੁਹਾਡੇ ਤੋਂ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਇਸ ਲਈ ਇਹ ਕਦਮ ਮਾਫੀਆ ਦੀ ਮਦਦ ਨਾਲ ਸਾਨੂੰ ਚੁੱਕਣਾ ਪਿਆ ਹੈ। ਚਿੱਠੀ ਵਿੱਚ ਕਿਹਾ ਕਿ ਜੱਜ ਦੇ ਪਰਿਵਾਰ ਨੇ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ, ਨਹੀਂ ਤਾਂ ਉਸ ਦੇ ਘਰ ਨੂੰ ਉਡਾ ਦੇਣਾ ਸੀ। ਯਾਨੀ ਕਿ ਜੱਜ ਨੂੰ ਹੀ ਇਕੱਲੇ ਨੂੰ ਮਾਰਾਂਗੇ, ਪਰਿਵਾਰ ਨੂੰ ਕੁਝ ਨਹੀਂ ਕਹਾਂਗੇ ਕਿਉਂਕਿ ਪਰਿਵਾਰ ਦੀ ਕੋਈ ਗਲਤੀ ਨਹੀਂ ਹੈ। ਚਿੱਠੀ ਵਿੱਚ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਬਚਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿਵੇਂ ਤੁਸੀਂ ਅਦਾਲਤਾਂ ਦੇ ਵਿੱਚ ਮੁਲਜ਼ਮਾਂ ਦੇ ਲਈ ਕਰਦੇ ਹੋ, ਬਚਣ ਦਾ ਮੌਕਾ ਦਿੰਦੇ ਹੁੰਦੇ ਹੋ, ਉਵੇਂ ਅਸੀਂ ਤੁਹਾਨੂੰ ਬਚਣ ਦਾ ਮੌਕਾ ਦਿੰਦੇ ਹਾਂ, ਨਹੀਂ ਤਾਂ 13 ਸਤੰਬਰ ਨੂੰ ਅਸੀਂ ਤੁਹਾਨੂੰ ਉਡਾ ਦੇਵਾਂਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।